कि हुण जिहड़ी हैगी आ मोदी सरकार इस मकाम ते इस पड़ाव ते पहुंच गई है कि जी तिन्ने खेती कानून जिहड़े हैगे आ वो 1.5-2 साल ਲਈ रोके जा सकते हैं। नवी कमेटी बन सकती है, उस तो बाद फैसला होएगा। मोदी गवर्नमेंट ने मगरले कुछ टाइम तो ये रियलाइज करना शुरू कर दिता है कि वो एक बहुत बड़ी गलती कर बैठे ने। नरेंद्र तोमर जी कल कह रहे हैं कि अगर हमने ये कर दिया वो कर दिया तो भारत के लोकतंत्र की जीत हो गई। नहीं, मोदी सरकार की बड़ी भारी हार होनी है। ਜਾਂ ਤੇ ਸਰਕਾਰ ਬਿਲਕੁਲ ਹੀ ਡਿੱਗ ਪਊਗੀ, ਪਿੱਛੇ ਹਟ ਜੂਗੀ, ਖਤਮ ਹੋ ਜੂਗੀ। ਸਰਕਾਰ ਦਾ ਲੱਕ ਤੇ ਲੰਗੜੀ ਤੇ ਪਹਿਲਾਂ ਹੀ ਕਰਤੀ ਆ। ਉਸ ਦਿਨ ਜੇ 26 ਜਨਵਰੀ ਦੀ ਪਰੇਡ ਹੋ ਜਾਂਦੀ ਹੈ ਤੇ ਸਰਕਾਰ ਨੂੰ ਲਕਵਾ ਮਾਰ ਜਾਊਗਾ, ਲੱਕ ਤੋਂ ਹੀ ਜਾਂਦੀ ਰਹੂਗੀ। ਹੁਣ ਜੋ ਕੇਂਦਰ ਇਹ ਕਹਿ ਰਿਹਾ ਕਿ ਅਸੀਂ 2 ਸਾਲ ਲਈ 2.5 ਸਾਲ ਲਈ 3 ਸਾਲ ਲਈ ਕਾਨੂੰਨ ਮੁਲਤਵੀ ਕਰ ਸਕਦੇ ਹਾਂ, ਕਮੇਟੀ ਬਣਾ ਸਕਦੇ ਹਾਂ। ਇੱਕ ਬਹੁਤ ਵੱਡਾ ਇਸ਼ੂ ਇਹ ਆ ਕੇ ਖੜਾ ਹੋ ਗਿਆ ਕਿ ਆਖਰ ਜਿਹੜਾ ਹੈਗਾ ਇਹ ਕਾਨੂੰਨ ਲਿਆਂਦੇ ਹੀ ਕਿਉਂਗੇ ਜੇ ਆਪਾਂ ਇਸ ਤਰੀਕੇ ਨਾਲ ਇਹਨਾਂ ਤੋਂ ਪਿੱਛੇ ਹਟਣਾ ਸੀ। ਇਸ ਢੰਗ ਦੇ ਨਾਲ ਹੁਣ ਮੋਦੀ ਗਵਰਨਮੈਂਟ ਇਹ ਕਹਿ ਰਹੀ ਹੈ ਕਿ ਅਸੀਂ ਮੁਲਤਵੀ ਕਰਨ ਨੂੰ ਤਿਆਰ ਹਾਂ, ਫਲਾਹ ਕਰਨ ਨੂੰ ਤਿਆਰ ਹਾਂ, ਜੋ ਅਮੈਂਡਮੈਂਟ ਚਾਹੁੰਦੇ ਹੋ ਅਮੈਂਡਮੈਂਟ ਕਰਨ ਨੂੰ ਤਿਆਰ ਹਾਂ। ਹੁਣ ਸਿਰਫ ਗਵਰਨਮੈਂਟ ਦੀ ਅੜੀ ਹੈ ਇਹਦੇ ਵਿੱਚ। ਕੱਲ ਨੂੰ ਆਰਐਸਐਸ ਦਾ ਇੱਕ ਹੀ ਪ੍ਰਸਿੱਧ ਔਰ ਟੌਪ ਦਾ ਆਈਡੀਓਲੋਗ ਹੈਗਾ ਰਾਜੂ ਭਈਆ, ਉਹਨੇ ਇਹ ਲੇਖ ਲਿਖਿਆ ਹੈ ਸਰਕਾਰ ਜਿਹੜੀ ਮੋਦੀ ਸਰਕਾਰ ਹੈ ਇਸ ਮੁੱਦੇ ਦੇ ਉੱਤੇ ਬਹੁਤੀ ਅੜੀ ਨਾ ਕਰੇ। ਉਹ ਸਰਕਾਰ ਜਿਹੜੀ ਕਹਿੰਦੀ ਸੀ ਜੇ ਪਾਕਿਸਤਾਨ ਵਾਲੇ ਸਾਡਾ ਇੱਕ ਸਿਰ ਵੱਢਣਗੇ ਤਾਂ ਅਸੀਂ 10 ਸਿਰ ਵੱਢਾਂਗੇ। ਅਸੀਂ ਆਪਣੇ ਲੋਕਾਂ ਦੇ ਹਰ ਰੋਜ਼ ਹੀ ਆਪਣੇ ਬਾਰਡਰ ਤੇ ਸਿਰ ਲੈ ਰਹੇ ਹਾਂ, ਇਹਦਾ ਜਵਾਬ ਕੌਣ ਦੇਗਾ? ਜਦੋਂ ਨਰਿੰਦਰ ਤੋਮਰ ਜੀ ਆਉਂਦੇ ਆ ਮੀਟਿੰਗ ਦੇ ਵਿੱਚ 2 ਮਿੰਟ ਦਾ ਮੌਨ ਰੱਖ ਕੇ ਉਹਨਾਂ ਸ਼ਹੀਦਾਂ ਲਈ ਉਹਨਾਂ ਨੂੰ ਸ਼ਰਧਾਂਜਲੀ ਤੇ ਦੇ ਦਿੰਦੇ। ਕਿਤੇ ਕੋਈ ਗੱਲ ਹੁੰਦੀ ਇਹੋ ਜੀ? ਜਾਂ ਕੋਈ ਮੋਦੀ ਜੀ ਵੱਲੋਂ ਅਜੇ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਆਈਕੋ ਨੇ ਚੰਦ ਬਣਾਇਆ, ਹੀਰਾ ਬਣਾਇਆ, ਕਿਹੜਾ ਹੀਰੋ ਬਣਾਇਆ, ਕੋਈ ਉਹ ਗੱਲ ਕਰਦੇ ਇਹਨਾਂ ਬਾਰੇ? ਕੋਈ ਗੱਲ ਨਹੀਂ ਹੈ। ਨਰਿੰਦਰ ਮੋਦੀ ਜੀ ਜਿਹੜੇ ਨੇ ਉਹ ਆਦਤਨ ਕਿਸੇ ਦੀ ਗੱਲ ਮੰਨਣ ਦੇ ਆਦੀ ਨਹੀਂ ਹੈਗੇ, ਆਪਣੀ ਅੜੀ ਛੱਡਣ ਦੇ ਆਦੀ ਨਹੀਂ ਹੈਗੇ। ਇਹ ਤਾਂ ਜ਼ਿਆਦਾ ਸਿਆਪਾ ਪੈ ਗਿਆ, ਇਹ ਇਹਨਾਂ ਕੱਲਿਆਂ ਦੇ ਹੱਥ 'ਚ ਨਹੀਂ, ਇਹ ਤੇ ਧੂਤੇ ਆ IMF ਤੇ ਕਾਰਪੋਰੇਟਾਂ ਦੇ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਦਾ ਸਵਾਗਤ ਹੈ। ਮੈਂ ਪੱਤਰਕਾਰ ਹੋਣ ਦੇ ਨਾਤੇ ਇੰਨੀ ਗੱਲ ਜ਼ਰੂਰ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹਾਂਗਾ। ਕੇਂਦਰ ਦੀਆਂ 2 ਵੱਖੋ ਵੱਖਰੀਆਂ ਸਰਕਾਰਾਂ ਨੇ ਪਿਛਲੇ ਲੰਬੇ ਸਮੇਂ 'ਚ ਜੇ ਆਪਾਂ ਖੇਤੀ ਮਾਮਲਿਆਂ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਨਾਲ ਜੁੜੇ ਮੁੱਦਿਆਂ ਤੇ 2 ਵੱਡੇ ਤੁਗਲਕੀ ਫੈਸਲੇ ਲਏ। ਰਾਜੀਵ ਲੋਂਗੋਵਾਲ ਸਮਝੌਤੇ ਅਧੀਨ ਪੰਜਾਬ 'ਚ SYL ਪੰਜਾਬ ਦੀ ਹਿੱਕ ਤੇ ਇੱਕ ਲਕੀਰ ਖਿੱਚੀ ਗਈ ਜਿਹੜੀ ਤੱਕੜੇ ਵਾਂਗ ਅੱਜ ਤੱਕ ਗੱਡੀ ਹੋਈ ਹੈ। ਨਾ ਉਸ ਲਿੰਕ ਨਹਿਰ 'ਚ ਕਦੇ ਪਾਣੀ ਗਿਆ ਤੇ ਨਾ ਸ਼ਾਇਦ ਜਿਹੋ ਜਿਹੀਆਂ ਪ੍ਰਸਥਿਤੀਆਂ ਬਣੀਆਂ ਭਵਿੱਖ 'ਚ ਕੋਈ ਮਾਜਦਾ ਲਾਲ ਪੰਜਾਬ ਦੇ ਪਾਣੀਆਂ ਵੱਲ ਮੂੰਹ ਕਰ ਸਕਦਾ ਹੈ। ਦੂਜਾ ਤੁਗਲਕੀ ਫੈਸਲਾ ਮੋਦੀ ਦੇ ਨਾਂ ਹੇਠ ਬਣੀ ਸਰਕਾਰ ਨੇ ਲਿਆ। 3 ਨਵੇਂ ਖੇਤੀ ਕਾਨੂੰਨ ਬਣਾਏ ਜਿਸ ਨੂੰ ਰੱਦ ਕਰਵਾਉਣ ਦੇ ਲਈ ਲੱਖਾਂ ਕਿਸਾਨ ਜਿਹੜਾ ਕਿ ਦਿੱਲੀ ਦੇ ਬਾਰਡਰ ਤੇ ਤਾਂ ਬੈਠੇ ਹੈ, ਹਰ ਰੋਜ਼ ਆਪਣੀਆਂ ਹੂਤੀਆਂ ਦੇ ਰਿਹਾ ਹੈ। ਇੰਨਾ ਕੁਝ ਹੋ ਜਾਣ ਦੇ ਬਾਵਜੂਦ ਹੁਣ ਮੋਦੀ ਸਰਕਾਰ ਇਹ ਆਖ ਰਹੀ ਹੈ ਕਿ ਜਿਹੜੇ 3 ਖੇਤੀ ਕਾਨੂੰਨ ਹੈ ਇਹਨਾਂ ਨੂੰ 1.5 ਜਾਂ 2 ਸਾਲ ਦੇ ਲਈ ਮੁਲਤਵੀ ਕੀਤਾ ਜਾ ਸਕਦਾ ਹੈ, ਕਮੇਟੀ ਬਣਾਈ ਜਾ ਸਕਦੀ ਹੈ। ਦੂਜੇ ਪਾਸੇ ਜਿਨ੍ਹਾਂ ਨੇ ਤਹਈਆ ਕੀਤਾ ਰੱਦ ਕਰਵਾਉਣ ਦੇ ਲਈ 26 ਜਨਵਰੀ ਗਣਤੰਤਰ ਦਿਵਸ ਟਰੈਕਟਰ ਮਾਰਚ ਲਈ ਵਹੀਰਾਂ ਕਤਰੇ ਨੇ ਪੰਜਾਬ, ਹਰਿਆਣਾ ਤੇ ਦੂਜੇ ਸੂਬਿਆਂ ਦੇ ਲੋਕ ਦਿੱਲੀ ਵੱਲ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਸਾਡੇ ਇਸ ਖਿੱਤੇ ਦੇ ਸੀਨੀਅਰ ਜਰਨਲਿਸਟ ਤੇ ਬੁੱਧੀਜੀਵੀ ਹਰਕਮਲਜੀਤ ਸਿੰਘ ਜੀ, AS ਪ੍ਰਾਸ਼ਰ ਜੀ, ਪ੍ਰੋਫੈਸਰ ਮਨਜੀਤ ਸਿੰਘ, ਤਿੰਨਾਂ ਹੀ ਮਹਿਮਾਨਾਂ ਦਾ ਤੁਹਾਡੇ ਸਾਰਿਆਂ ਵੱਲੋਂ ਮੈਂ ਜੀ ਆਖਦਾ, ਵੈਲਕਮ ਕਰਦਾ। ਹਰਕਮਲ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜੋ ਪ੍ਰਸਥਿਤੀਆਂ ਬਣੀਆਂ ਜੇ ਆਪਾਂ ਕੱਲ ਦੀ ਮੀਟਿੰਗ ਦਾ ਜ਼ਿਕਰ ਕਰੀਏ, ਬੇਸ਼ੱਕ ਕਾਫੀ ਮੰਥਨ ਉਸ ਮੀਟਿੰਗ ਬਾਰੇ ਪਹਿਲਾਂ ਮੀਡੀਆ ਦੇ ਅੰਦਰ ਹੋ ਵੀ ਚੁੱਕਾ ਹੈ, ਪਰ ਮੈਂ ਜਿਸ ਨਜ਼ਰੀਏ ਤੇ ਗੱਲ ਕਰ ਰਿਹਾ ਕਿ ਹੁਣ ਜਿਹੜੀ ਹੈਗੀ ਆ ਮੋਦੀ ਸਰਕਾਰ ਇਸ ਮਕਾਮ ਤੇ ਇਸ ਪੜਾਅ ਤੇ ਪਹੁੰਚ ਗਈ ਹੈ ਕਿ ਜੀ 3 ਖੇਤੀ ਕਾਨੂੰਨ ਜਿਹੜੇ ਹੈਗੇ ਆ ਉਹ 1.5-2 ਸਾਲ ਲਈ ਰੋਕੇ ਜਾ ਸਕਦੇ ਆ, ਨਵੀਂ ਕਮੇਟੀ ਬਣ ਸਕਦੀ ਹੈ, ਉਸ ਤੋਂ ਬਾਅਦ ਫੈਸਲਾ ਹੋਏਗਾ। ਜਾਨੀ ਕੋਈ ਇਸ ਤੋਂ ਵੱਡਾ ਕਿਸੇ ਦੇਸ਼ ਦੀ ਸਰਕਾਰ ਤੁਗਲਕੀ ਫੈਸਲਾ ਲੈ ਸਕਦੀ ਹੈ ਕਿ ਨੇਕਾਂ ਜਾਨਾਂ ਗਾਉਣ ਤੋਂ ਬਾਅਦ ਪੂਰਾ ਮੁਲਕ ਜੇ ਆਪਾਂ ਪੰਜਾਬੀ 'ਚ ਕਹੀਏ ਤਾਂ ਵੰਝ ਦੇ ਟੰਗਿਆ ਪਿਆ ਤੇ ਹੁਣ ਕਹਿ ਰਿਹਾ ਕਿ ਅਸੀਂ 3 ਸਾਲ ਲਈ 2 ਸਾਲ ਲਈ ਮੁਲਤਵੀ ਕਰ ਸਕਦੇ ਹਾਂ
ਹਰਕਮਲ ਜੀ ਕਿਹੜੇ ਐਸੇ ਕਾਨੂੰਨ ਹੋ ਸਕਦੇ ਆ ਐਡੇ ਇੰਪੋਰਟੈਂਟ ਜਿਹੜੇ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਬਣਾਏ ਗਏ ਹੋਣ ਤੇ ਹੁਣ 3 ਸਾਲ ਦੀ ਮੁਲਤਵੀ ਕਰਨ ਦੀਆਂ ਗੱਲਾਂ ਹੋ ਰਹੀਆਂ। ਕਿਵੇਂ ਦੇਖਦੇ ਹੋ ਇਸ ਬਦਲੀਆਂ ਹੋਈਆਂ ਪ੍ਰਸਥਿਤੀਆਂ ਨੂੰ ਹਰਕਮਲ ਜੀ? ਦੇਖੋ ਜਗਤਾਰ ਜੀ, ਮੈਨੂੰ ਲੱਗਦਾ ਹੈ ਕਿ ਮੋਦੀ ਗਵਰਨਮੈਂਟ ਨੇ ਮਗਰਲੇ ਕੁਝ ਟਾਈਮ ਤੋਂ ਇਹ ਰੀਅਲਾਈਜ਼ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਇੱਕ ਬਹੁਤ ਵੱਡੀ ਗਲਤੀ ਕਰ ਬੈਠੇ ਨੇ ਔਰ ਉਹਨਾਂ ਕੋਲੋਂ ਇੱਕ ਇਹੋ ਜਿਹਾ ਫੈਸਲਾ ਹੋ ਗਿਆ ਹੈ ਜਿਹੜਾ ਕਿ ਲੋਕਾਂ ਨੂੰ, ਕਿਸਾਨੀ ਨੂੰ ਐਕਸੈਪਟ ਨਹੀਂ ਹੈਗਾ। ਔਰ ਜਿਸ ਢੰਗ ਦੇ ਨਾਲ ਉਸ ਮੁੱਦੇ ਦੇ ਉੱਤੇ ਇੱਕ ਏਡੀ ਵੱਡੀ ਮਾਸ ਮੂਵਮੈਂਟ ਖੜੀ ਹੋਈ ਹੈ ਆਜ਼ਾਦ ਭਾਰਤ ਦੀ, ਮੇਰੇ ਖਿਆਲ ਉਹਦੇ ਤੋਂ ਕੋਈ ਵੀ ਸਰਕਾਰ ਹੁੰਦੀ ਉਹਨੇ ਘਬਰਾ ਜਾਣਾ ਸੀ ਔਰ ਪ੍ਰੈਜ਼ੈਂਟ ਗਵਰਨਮੈਂਟ ਵੀ ਉਸ ਤੋਂ ਘਬਰਾਈ ਹੋਈ ਹੈ। ਜੋ ਮੈਨੂੰ ਨਜ਼ਰ ਆ ਰਿਹਾ, ਦੇਖੋ ਜਿਸ ਢੰਗ ਦੇ ਨਾਲ ਹੁਣ ਮੋਦੀ ਗਵਰਨਮੈਂਟ ਇਹ ਕਹਿ ਰਹੀ ਹੈ ਕਿ ਅਸੀਂ ਮੁਲਤਵੀ ਕਰਨ ਨੂੰ ਤਿਆਰ ਹਾਂ, ਫਲਾਹ ਕਰਨ ਨੂੰ ਤਿਆਰ ਹਾਂ, ਜੋ ਅਮੈਂਡਮੈਂਟ ਚਾਹੁੰਦੇ ਹੋ ਅਮੈਂਡਮੈਂਟ ਕਰਨ ਨੂੰ ਤਿਆਰ ਹਾਂ। ਹੁਣ ਸਿਰਫ ਗਵਰਨਮੈਂਟ ਦੀ ਅੜੀ ਹੈ ਇਹਦੇ ਵਿੱਚ। ਮੈਨੂੰ ਇਹ ਲੱਗ ਰਿਹਾ ਕਿ ਨਰਿੰਦਰ ਮੋਦੀ ਜੀ ਜਿਹੜੇ ਨੇ ਉਹ ਆਦਤਨ ਕਿਸੇ ਦੀ ਗੱਲ ਮੰਨਣ ਦੇ ਆਦੀ ਨਹੀਂ ਹੈਗੇ, ਆਪਣੀ ਅੜੀ ਛੱਡਣ ਦੇ ਆਦੀ ਨਹੀਂ ਹੈਗੇ। ਉਹ ਮੈਨੂੰ ਲੱਗਦਾ ਆਪਣੀ ਅੜੀ ਤੇ ਅੜੇ ਹੋਏ ਨੇ ਔਰ ਮੰਤਰੀ ਜਾਂ ਬਾਕੀ ਜਿਹੜੀ ਸਰਕਾਰ ਹੈਗੀ ਏ ਉਹ ਵਿਚਾਰੀ ਨੂੰ ਹੁਣੇ ਸਮਝ ਨਹੀਂ ਪੈ ਰਿਹਾ ਕਿ ਅਸੀਂ ਕਰੀਏ ਕੀ ਔਰ ਅਸੀਂ ਕਿਵੇਂ ਇਸ ਹੰਬਲਪੂਸੇ ਚੋਂ ਨਿਕਲੀਏ। ਰੀਜ਼ਨ ਬੀਇੰਗ ਜਿਹੜਾ 26 ਜਨਵਰੀ ਦਾ ਸਮਾਗਮ ਹੈਗਾ, ਕੱਲ੍ਹ ਨੂੰ ਪਾਰਲੀਮੈਂਟ ਦਾ ਸੈਸ਼ਨ ਹੈਗਾ, ਉਹ ਉਹਨਾਂ ਲਈ ਇੱਕ ਬਹੁਤ ਵੱਡੀ ਸਿਰਦਰਦੀ ਬਣ ਗਿਆ। ਉਹਨਾਂ ਨੂੰ ਇਹ ਸਮਝ ਪੈ ਰਹੀ ਹੈ ਕਿ ਜੇ ਇਹ ਲੱਖਾਂ ਬੰਦਾ ਇੱਥੇ ਦਿੱਲੀ 'ਚ ਬੈਠਾ ਰਿਹਾ, ਇਹ ਕੱਲ੍ਹ ਨੂੰ 26 ਜਨਵਰੀ ਦਾ ਜਿਹੜਾ ਸਮਾਗਮ ਹੈਗਾ ਉਹ ਸਮਾਗਮ ਤੇ ਫੋਕਸ ਨਹੀਂ ਹੋਣਾ। ਲੋਕਾਂ ਦਾ ਸਾਰਾ ਫੋਕਸ ਉਹ ਟਰੈਕਟਰ ਪਰੇਡ ਤੇ ਚਲਾ ਜਾਣਾ ਹੈ। ਸਾਰੀ ਦੁਨੀਆ ਨੇ ਟਰੈਕਟਰ ਪਰੇਡ ਵਾਲੇ ਪਾਸੇ ਧਿਆਨ ਰੱਖਣਾ ਹੈ। ਦੂਜੇ ਜਿਹੜਾ ਮੇਨ ਕੰਟਰੀ ਦਾ ਮੋਸਟ ਇੰਪੋਰਟੈਂਟ ਸਮਾਗਮ ਹੈਗਾ, ਸ਼ਾਇਦ ਉਹਦੇ ਤੇ ਲੋਕਾਂ ਦਾ ਫੋਕਸ ਬਹੁਤਾ ਨਾ ਰਵੇ। ਔਰ ਇਹੋ ਗੱਲ ਨਜ਼ਰ ਆ ਰਹੀ ਹੈ ਕਿ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਹੈਗਾ, ਜਿਹੜਾ ਕਿ ਬਜਟ ਸੈਸ਼ਨ ਹੋਏਗਾ, ਗਵਰਨਮੈਂਟ ਲਈ ਚਲਾਉਣਾ ਬਹੁਤ ਜ਼ਰੂਰੀ ਔਰ ਬਹੁਤ ਇੰਪੋਰਟੈਂਟ ਹੋਏਗਾ। ਉਹ ਵੀ ਮੈਨੂੰ ਨਜ਼ਰ ਆ ਰਿਹਾ ਹੈ ਕਿ ਜੋ ਹਾਲਾਤ ਇਸ ਮੁਲਕ 'ਚ ਬਣ ਗਏ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ, ਗਵਰਨਮੈਂਟ ਨੂੰ ਨਜ਼ਰ ਆ ਰਿਹਾ ਹੈ ਕਿ ਉਹ ਚਲਾਉਣਾ ਮੁਸ਼ਕਲ ਹੋ ਜਾਏਗਾ। ਬਜਟ ਪਾਸ ਕਰਾਉਣਾ ਏਡਾ ਆਸਾਨ ਨਹੀਂ ਰਹੇਗਾ, ਬਹੁਤ ਮੁਸ਼ਕਲ ਹੋ ਜਾਏਗਾ। ਠੀਕ ਹੈ, ਨੰਬਰ ਹੈਗਾ ਅੱਜ ਦੀ ਡੇਟ 'ਚ ਬੀਜੇਪੀ ਕੋਲ ਬਹੁਤ ਹਿਊਜ ਇੱਕ ਪਾਰਲੀਮੈਂਟ 'ਚ ਨੰਬਰ ਹੈ, ਲੇਕਿਨ ਪਾਰਲੀਮੈਂਟ ਨੂੰ ਇਸ ਹਾਲਾਤ 'ਚ ਚਲਾਉਣਾ ਬਹੁਤ ਮੁਸ਼ਕਲ ਹੋਏਗਾ। ਮੈਨੂੰ ਜੋ ਨਜ਼ਰ ਆ ਰਿਹਾ ਹੈ ਕਿ ਮੋਦੀ ਸਰਕਾਰ ਲਈ ਇਹ ਇੱਕ ਬੜੀ ਵੱਡੀ ਇਮਤਿਹਾਨ ਦੀ ਔਖੀ ਘੜੀ ਹੈ। ਉਹਨਾਂ ਦੀ ਜ਼ਰੂਰ ਇਹ ਕੋਸ਼ਿਸ਼ ਹੋਏਗੀ ਪੂਰੇ ਜ਼ੋਰ ਨਾਲ ਵੀ ਕਿਸੇ ਤਰ੍ਹਾਂ ਉਹ ਆਲੇ ਟਾਲੇ ਕਾਨੂੰਨ ਵਾਪਸ ਲੈਣ ਤੋਂ ਬਿਨਾਂ ਕਿਸਾਨਾਂ ਨੂੰ ਮਨਾ ਲੈਣ ਕਿ ਜੀ ਅਸੀਂ 2 ਸਾਲ 6 ਸਾਲ 2 ਸਾਲ ਜੋ ਵੀ ਅਸੀਂ ਇਹਨੂੰ ਟਾਲ ਦਿਆਂਗੇ। ਬੇਸਿਕਲੀ ਤਾਂ ਕਾਨੂੰਨ ਉਹਨਾਂ ਨੇ ਮੰਨ ਲਿਆ ਕਿ ਕਾਨੂੰਨ ਗਲਤ ਨੇ, ਅਸੀਂ ਇਹਨਾਂ ਨੂੰ ਬੇਸਿਕਲੀ ਉਹਨਾਂ ਨੇ ਇਸ ਗੱਲ ਨੂੰ ਤੇ ਇੱਕ ਪ੍ਰਵਾਨ ਕਰ ਲਿਆ ਨਾ ਵੀ ਇਹ ਕਾਨੂੰਨ ਜਿਹੜੇ ਨੇ ਇਹ ਲੋਕਾਂ ਨੂੰ ਐਕਸੈਪਟੇਬਲ ਨਹੀਂ ਹੈ, ਗਲਤ ਨੇ। ਹੁਣ ਸਿਰਫ ਅੜੀ ਹੈਗੀ ਹੈ। ਹੁਣ ਦੇਖਣ ਵਾਲੀ ਗੱਲ ਅਗਲੇ ਦਿਨਾਂ 'ਚ ਇਹ ਵੀ ਕਿ ਅਗਲੇ 2-4-6 ਦਿਨ 'ਚ ਕਿ ਕੀ ਕਿਸਾਨ ਉਹਨਾਂ ਦੀ ਇਸ ਅੜੀ ਨੂੰ ਮੰਨ ਲੈਣਗੇ ਜਾਂ ਉਹ ਵੀ ਇਸ ਗੱਲ ਤੇ ਅੜੇ ਰਹਿਣਗੇ ਕਿ ਨਹੀਂ ਅਸੀਂ ਇਹ 3 ਕਾਨੂੰਨ ਰੱਦ ਕਰਾਉਣ ਤੋਂ ਬਿਨਾਂ ਨਹੀਂ ਉੱਠਣਾ। ਔਰ ਜੇ ਇਹ ਸਿਚੁਏਸ਼ਨ ਐਜ਼ ਇਟ ਇਜ਼ ਰਹੀ, ਕਿਸਾਨ ਨਾ ਮੰਨੇ, ਤੇ ਮੈਨੂੰ ਲੱਗਦਾ ਕਿ ਪ੍ਰੈਜ਼ੈਂਟ ਗਵਰਨਮੈਂਟ ਲਈ ਇਹ ਸਭ ਤੋਂ ਵੱਡਾ ਇੱਕ ਕ੍ਰਾਈਸਿਸ ਹੋਏਗਾ ਜਿਹੜਾ ਕਿ ਜਿਹਦੇ ਚੋਂ ਨਿਕਲਣਾ ਉਹਨਾਂ ਲਈ ਬਹੁਤ ਆਸਾਨ ਨਹੀਂ, ਬਹੁਤ ਮੁਸ਼ਕਲ ਹੋਏਗਾ। ਜੀ ਬਿਲਕੁਲ, ਜਿਹੜਾ ਹੈਗਾ ਹਰਕਮਲ ਜੀ ਤੁਸੀਂ ਬਹੁਤ ਜਿਹੜਾ ਹੈਗਾ ਕਮੈਂਟ ਕੀਤਾ, ਜਿਹੜਾ ਆਉਣ ਵਾਲੇ ਦਿਨਾਂ 'ਚ ਜਿਸ ਮੁੱਦੇ ਤੇ ਚਰਚਾ ਰਹੇਗੀ। ਪ੍ਰਾਸ਼ੀ ਜੀ, ਇਹੋ ਮੁੱਦੇ ਤੇ ਮੈਂ ਤੁਹਾਡੇ ਤੋਂ ਸਵਾਲ ਲੈਣਾ ਚਾਹਾਂਗਾ ਕਿ 10 ਮੀਟਿੰਗਾਂ ਕਰਨ ਤੋਂ ਬਾਅਦ ਹੁਣ 11ਵੀਂ ਮੀਟਿੰਗ ਵੀ ਭਲਕੇ ਹੋ ਰਹੀ ਹੈ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਕਾਰ, ਪਰ ਜਿੱਥੇ ਆ ਕੇ ਗੱਲ ਖੜੀ ਹੋ ਗਈ ਹੈ ਹੁਣ ਜੋ ਕੇਂਦਰ ਇਹ ਕਹਿ ਰਿਹਾ ਕਿ ਅਸੀਂ 2 ਸਾਲ ਲਈ 2.5 ਸਾਲ ਲਈ 3 ਸਾਲ ਲਈ ਕਾਨੂੰਨ ਮੁਲਤਵੀ ਕਰ ਸਕਦੇ ਹਾਂ, ਕਮੇਟੀ ਬਣਾ ਸਕਦੇ ਹਾਂ। ਇੱਕ ਬਹੁਤ ਵੱਡਾ ਇਸ਼ੂ ਇਹ ਆ ਕੇ ਖੜਾ ਹੋ ਗਿਆ ਕਿ ਆਖਰ ਜਿਹੜਾ ਹੈਗਾ ਇਹ ਕਾਨੂੰਨ ਲਿਆਂਦੇ ਹੀ ਕਿਉਂਗੇ ਜੇ ਆਪਾਂ ਇਸ ਤਰੀਕੇ ਨਾਲ ਇਹਨਾਂ ਤੋਂ ਪਿੱਛੇ ਹਟਣਾ ਸੀ। ਫਿਰ ਕਿਧਰੇ ਨਾ ਕਿਧਰੇ ਕਿਸੇ ਧਿਰ ਦੀ ਗਲਤੀ ਤਾਂ ਕੌਮ ਦੇ ਸਾਹਮਣੇ ਮੰਨਣੀ ਪਏਗੀ ਕਿ ਕੀ ਕਿਸਾਨ ਗਲਤ ਹੈ ਜਿਹੜਾ ਪੰਜਾਬ ਜਾਂ ਪਠਾਨਕੋਟ ਜਾਂ ਉਧਰੋਂ ਕੇਰਲਾ ਤੋਂ ਤੇ ਕਿਧਰੇ ਜਿਹੜਾ ਬੰਗਾਲ ਤੋਂ ਤੇ ਹੋਰ ਦੂਜਿਆਂ ਸੂਬਿਆਂ ਤੋਂ ਉੱਠ ਕੇ ਆਇਆ, ਜਾਂ ਮੋਦੀ ਸਰਕਾਰ ਜ਼ਿੰਮੇਵਾਰ ਹੈ ਐਡਾ ਵੱਡਾ ਦੇਸ਼ ਦੇ ਵਿੱਚ ਸੰਕਟ ਖੜਾ ਕਰਨ ਦੇ ਲਈ। ਜੀ ਪ੍ਰਾਸ਼ਰ ਜੀ। ਜਗਤਾਰ ਜੀ, ਇਹ ਸਾਰੇ ਘਟਨਾਕ੍ਰਮ ਤੋਂ ਬੜਾ ਕਲੀਅਰ ਹੋ ਗਿਆ ਕਿ ਮੋਦੀ ਸਰਕਾਰ ਨੇ ਇਹ ਜਿਹੜੇ ਨਵੇਂ ਕਾਨੂੰਨ ਬਣਾਉਣ ਵੇਲੇ ਜੋ ਡਿਲੀਜੈਂਸ ਕਰਨੀ ਚਾਹੀਦੀ ਸੀ, ਲੈਜਿਸਲੇਟਿਵ ਪ੍ਰੋਸੈਸ ਕਰਨਾ ਚਾਹੀਦਾ ਸੀ, ਉਹ ਫੋਲੋ ਨਹੀਂ ਕੀਤਾ। ਆਪਾਂ ਜਾਣਦੇ ਹਾਂ ਕਿ ਅਚਾਨਕ ਹੀ ਇਹ
ਚੁੱਪ ਕਰਕੇ ਇਹਨਾਂ ਨੇ ਆਰਡੀਨੈਂਸ ਪਹਿਲੇ ਜਾਰੀ ਕਰਤਾ। ਫਿਰ ਉਸ ਤੋਂ ਬਾਅਦ ਮਹੀਨੇ ਬਾਅਦ ਜਿਹੜੇ ਪਾਰਲੀਮੈਂਟ 'ਚ ਆਏ ਤਾਂ ਉੱਥੋਂ ਤਿੰਨ ਵੇਲੇ ਰੌਲੇ ਰੱਪੇ ਜਿਹੇ ਪਾਸ ਕਰਾ ਲਏ। ਉਸ ਵੇਲੇ ਵੀ ਆਪੋਜੀਸ਼ਨ ਪਾਰਟੀ ਕਿਹਾ ਕਿ ਇਹ ਬੜਾ ਇੰਪੋਰਟੈਂਟ, ਇਹਦੇ ਨਾਲ ਸਾਰੇ ਹਿੰਦੁਸਤਾਨ ਦੀ ਕਿਸਾਨੀ ਅਰਥ ਵਿਵਸਥਾ ਜੁੜੀ ਹੋਈ ਹੈ ਤਾਂ ਇਹਦੇ ਤੇ ਪੂਰੀ ਤਰ੍ਹਾਂ ਵਿਚਾਰ ਕਰਨ ਦੀ ਲੋੜ ਹੈ। ਔਰ ਇਸ ਕਰਕੇ ਚਾਹੀਦਾ ਹੈ ਕਿ ਇੱਕ ਪਾਰਲੀਮੈਂਟਰੀ ਕੰਸਲਟੇਟਿਵ ਕਮੇਟੀ ਨੂੰ ਭੇਜਿਆ ਜਾਏ, ਉਹ ਇੱਥੇ ਥਾਰੋਲੀ ਇਹਨੂੰ ਇਸ ਤੇ ਥ੍ਰੈਸ਼ ਆਊਟ ਕਰੇ, ਇਹਦੇ ਵਿਚਾਰ ਕਰੇ ਕਿਹੜੇ ਜਿਹੜੇ ਇਸ਼ੂ ਇਹ ਲੋਕਾਂ ਨੂੰ ਜਾਂ ਸਾਨੂੰ ਲੱਗਦੇ ਹੈ ਉਹਨਾਂ ਤੇ ਵਿਚਾਰ ਕਰਕੇ ਫਿਰ ਅੱਗੇ ਲੈ ਕੇ ਆਏ। ਲੇਕਿਨ ਸਰਕਾਰ ਜਿਹੜੀ ਹੈ ਉਹ ਇਸ ਵੇਲੇ ਇੰਨੀ ਆਪਣੇ ਨੰਬਰ ਦੇ ਉੱਤੇ ਇੰਨੀ ਐਰੋਗੈਂਸ ਸੀ, ਇਹਨਾਂ ਉਹਦਾ ਦਿਮਾਗ ਚੜਿਆ ਹੋਇਆ ਸੀ ਕਿ ਉਹਨੇ ਕਿਹਾ ਨਹੀਂ ਚੱਲਣ ਦਿਓ, ਉਹ ਪਾਸ ਕਰਤੇ। ਉਦੋਂ ਤੁਸੀਂ ਦੇਖ ਲਓ ਕਿੱਡਾ ਵੱਡਾ ਤੂਫਾਨ ਉੱਠਿਆ। ਔਰ ਮੈਂ ਸਮਝਦਾ ਕਿ ਸਰਕਾਰ ਲਈ ਇਹ ਬੜੀ ਭਾਰੀ ਇੱਜ਼ਤ ਦਾ ਕੀ ਹੈ। ਹੁਣ नरेंद्र तोमर जी कल कह रहे हैं कि अगर हमने ये कर दिया वो कर दिया तो भारत के लोकतंत्र की जीत हो गई। नहीं, यह मोदी सरकार की बड़ी भारी हार होनी है और किसानों की बड़ी भारी जित होनी है। लोक शक्ति की पूरी पावर जिहड़ी है उन्होंने दिखाई है। देखो कि मोदी सरकार ने यह कानून आके बिना किसी कंसल्ट तो बिना इस ते डूंगे विचार किए की खटिया की है। एक तो अपनी गुडविल गवाई है, दूजे पासे है कि पंजाब हरियाणा और देश की अर्थव्यवस्था च करोड़ों नहीं अरबों रुपए का नुकसान पहुँचाया। अज भी जो बिजनेसमैन है, ट्रेडर है, दुकानदार है, वो दुहाई दे रहे हैं कि देखो जी थोड़े नाल की हो रहा है, साडे दा बिजनेस पहले कोरोना ने मारना हुंदा है, एजुटेशन करके मारे गए। सरकार ने उस ते कदम सोच विचार के लेना चाहिए सी। और तीजी गल है जिहड़ी मैं समझदा सब तो वड्डी वो ह्यूमन ट्रेजिडी कि तुसी देखो किसान उत्थे जाके ठंड च मर रहे हैं, बारिश च मर रहे हैं, कोई खुदकुशी कर रहा है, कोई एक्सीडेंटां च मर रहे हैं। उन्हां दी जिंदगी जिहड़ी कीमती है, जाना गईयां है, उन्हां लई कौन जिम्मेदार है, उहदी कंपनसेशन कौन करेगा। मैं समझदा है कि किसानां नूं अगर सारे इशू ते विचार के कोई पॉजिटिव फैसला लेना है तो नाल जिहड़े बंदे जिन्हां शहीदियां होईयां उन्हां दे परिवारां नूं कंपनसेशन दा मुद्दा भी कल ही जड़ा उठा के वो भी कल सैटल कराना चाहिए। और तीजी गल इस तो बड़ी क्लीयर है कि मोदी सरकार जड़ा उन्हें फैसला कर रही है, नज़र आ रहा है कि कदम ब कदम पीछे हट रही है, वो अंडर प्रेशर कर रही है। जड़ा रिपब्लिक डे 26 जनवरी सारे हिंदुस्तान का ही नहीं ਹੁਣ ਤਾਂ इंटरनेशनल इवेंट बन गया कि हर साल ਆਪਾਂ कोई बाहरों कोई मनाते हैं कि ਜਿਹੜਾ VIP बुलाया ਸੀ ਤੁਸੀਂ ਉਹ बोरिस जॉनसन ਜਿਹੜਾ ग्रेट ब्रिटेन ਦਾ ਪ੍ਰਧਾਨ ਮੰਤਰੀ ਉਹਨੇ ਆਣਾ ਸੀ। चलो ਉਹਦੇ ਦੇਸ਼ ਦੇ ਵਿੱਚ ਐਮਰਜੈਂਸੀ ਹੋ ਗਈ ਕਰੋਨਾ ਕਰਕੇ ਉਹ ਨਹੀਂ ਆ ਰਹੇ, ਲੇਕਿਨ ਜੇ ਉਹ ਆ ਜਾਂਦੇ ਔਰ ਇਹ ਜਿਹੜੀ ਜਿਸ ਤਰ੍ਹਾਂ ਹੁਣ ਇਹ ਕਾਊਂਟਡਾਊਨ ਚੱਲ ਰਿਹਾ ਹੈ ਕਿ ਜੀ ਅੱਜ 21 ਤਰੀਕ ਹੋ ਗਈ ਹੈ ਔਰ 26 ਨੂੰ ਤੁਸੀਂ 26 ਜਨਵਰੀ ਦੀ ਪਰੇਡ ਕੱਢਣੀ ਹੈ ਤੇ ਪਤਾ ਹੀ ਨਹੀਂ ਕਿ ਕਰਨਾ ਕੀ ਹੈ ਕੀ ਨਹੀਂ ਕਰਨਾ। ਕਿ ਦੋਸਤੋ ਕਿੰਨੀ ਵੱਡੀ ਅਨਸਰਟਨਟੀ ਹੋਣੀ ਸੀ, ਕਿੰਨੀ ਵੱਡੀ ਸਰਕਾਰ ਦੀ ਜੰਗਸਾਈ ਹੋਣੀ ਸੀ। तो ऐसे सरकार जो भी ऑफर कर रही है ये अंडर प्रेशर कर रही है। और हुण जिहड़ा साल 1.5 साल का इन्होंने कहा सी कर दिंदे जे 35 सट्टे पहले ही कह देंगे कि जी असीं फिलहाल इन्हूं सस्पेंड कर रहे हैं, कमेटी बना के विचार लेने हैं तो इन्ना नुकसान है बड़ा भारी। सरकार ने जिहड़ा लोक विरोधी, देश विरोधी, अर्थव्यवस्था विरोधी कदम लिया जे और हुण अपनी बेस के पिछे हटना पै रहा। ਬਿਲਕੁਲ ਬਸ ਜੀ, ਥੈਂਕ ਯੂ ਵੈਰੀ ਮਚ ਪ੍ਰੋਫੈਸਰ ਮਨਜੀਤ ਸਿੰਘ ਜੀ। ਤੁਸੀਂ ਖੇਤੀਬਾੜੀ ਪਿਛੋਕੜ ਤੇ ਵੀ ਕਿਉਂਕਿ PHU ਦੇ ਵਿਦਿਆਰਥੀ ਵੀ ਰਹੇ ਹੋ, ਜਿਸ ਮੁੱਦੇ ਤੇ ਆ ਕੇ ਗੱਲ ਖੜੀ ਹੈ ਜਿੱਦਾਂ ਆਪਾਂ ਕਹਿ ਰਹੇ ਸਾਡੇ ਮਹਿਮਾਨਾਂ ਦੀ ਵੀ ਇਹਦੇ ਤੇ ਰਹਿ ਹੈਗੀ ਹੈ, ਕਮੈਂਟਸ ਹੈਗੇ ਜੋ ਕੱਲ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਜੀ 1.5-2 ਸਾਲ ਲਈ ਇਹ ਮੁਲਤਵੀ ਕਰਵਾ ਲਓ, ਕਮੇਟੀ ਬਣ ਜੇ, ਹੱਲ ਕਰ ਸਕਦੇ ਆ। ਦਬਾਅ ਆਪਣੇ ਸਾਰਿਆਂ ਦੇ ਸਾਹਮਣੇ ਨਜ਼ਰ ਆ ਰਿਹਾ ਹੈ, ਤੁਸੀਂ ਕਿਵੇਂ ਦੇਖਦੇ ਹੋ ਸਾਰੇ ਮੁੱਦੇ ਤੇ? ਦੇਖੋ ਫੌਜਾਂ ਦੋਵੇਂ ਪਾਸੇ ਹੈਗੀਆਂ, ਮਤਲਬ ਫੌਜਾਂ ਤਾਂ ਨਹੀਂ ਕਹਿਣਾ, ਦੂਜੇ ਪਾਸੇ ਸਟੇਟ ਹੈ, ਇੱਕ ਪਾਸੇ ਫੌਜਾਂ ਐਨ ਮੁਕਾਬਲੇ ਤੇ ਦਿੱਲੀ ਨੂੰ ਘੇਰੀ ਬੈਠੀਆਂ। ਇਹਦੇ 'ਚ ਤੇ ਕੋਈ ਦੋ ਸ਼ੱਕ ਨਹੀਂ ਹੈਗੇ, ਦੋ ਰਾਏ ਨਹੀਂ ਹੈਗੀ। ਇਹ ਮੂਵਮੈਂਟ ਐਡੇ ਵੱਡੇ ਪੱਧਰ ਤੇ ਫੈਲੀ ਹੈ ਕਿ ਘੱਟੋ ਘੱਟ ਮੈਂ ਤੇ ਕਦੀ ਕੋਈ ਐਡੀ ਵੱਡੀ ਮੂਵਮੈਂਟ ਨਹੀਂ ਦੇਖੀ। ਮੈਂ ਕੱਲ ਮੋਹਾਲੀ 'ਚ ਚੱਕਰ ਮਾਰ ਕੇ ਆਇਆ, ਹੋਰ ਨੇੜੇ ਤੇੜੇ ਚੱਕਰ ਮਾਰ ਕੇ ਆਇਆ। ਆਮ ਲੋਕਾਂ ਨੇ ਆਪ ਮਹਾਰੇ ਟੈਂਟ ਲਾ ਕੇ ਬੈਚ ਬਣਾ ਲਏ, ਸਟਿੱਕਰ ਬਣਾ ਲਏ, ਝੰਡੇ ਬਣਾ ਲਏ, ਜਗ੍ਹਾ ਜਗ੍ਹਾ ਟਰੈਕਟਰਾਂ ਤੇ ਝੰਡੇ ਲੋਕਾਂ ਨੂੰ ਵੰਡੀ ਤੁਰੇ ਜਾਂਦੇ ਆ। ਜਾਣੀ ਐਡਾ ਜੋਸ਼ ਔਰ ਐਡਾ ਆਪ ਮਹਾਰੇ ਲੋਕਾਂ 'ਚ ਇੱਕ ਕੁਰਬਾਨੀ ਦੀ ਲਹਿਰ ਦੌੜੀ ਹੋਈ ਹੈ। ਇਹ ਛੋਟੀ ਗੱਲ ਨਹੀਂ ਹੈਗੀ, ਪਰ ਨਾਲ ਕਿਸਾਨ ਲੀਡਰਸ਼ਿਪ ਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੈ
ਕਿ 26 ਤਰੀਕ ਨੂੰ ਜਿਵੇਂ ਪੁਲਿਸ ਦਬਾਅ ਪਾ ਰਹੀ ਹੈ, ਕੋਰਟ ਨੇ ਆਪਣੇ ਹੱਥ ਪਿਛਾਂ ਖਿੱਚ ਲਏ ਆ ਕਿ ਉਹ ਮੀਟਿੰਗਾਂ ਕੀਤੀਆਂ ਕੋਈ ਬੇਸਿੱਟਾ ਰਹੀਆਂ। ਦਬਾਅ ਇਹ ਹੈ ਕਿ ਤੁਸੀਂ ਰਿੰਗ ਰੋਡ ਤੇ ਨਾ ਜਾਓ। ਕਿਸਾਨ ਕਹਿੰਦੇ ਕਿ ਅਸੀਂ ਹਰ ਹਾਲਤ ਰਿੰਗ ਰੋਡ ਤੇ ਹੀ ਕਰਨਾ ਆ ਆਪਣਾ ਜਿਹੜਾ 26 ਜਨਵਰੀ ਦਾ ਪ੍ਰਦਰਸ਼ਨ ਕਹੋ ਜਾਂ ਮਾਰਚ ਕਹੋ। ਤਾਂ ਇਹ ਇੱਕ ਆਪਣੇ ਆਪ 'ਚ ਹੁਣ ਜਾਂ ਤੇ ਸਰਕਾਰ ਬਿਲਕੁਲ ਹੀ ਉੱਥੋਂ ਡਿੱਗ ਪਊਗੀ, ਪਿੱਛੇ ਹਟ ਜੂਗੀ, ਖਤਮ ਹੋ ਜੂਗੀ। ਸਰਕਾਰ ਦਾ ਲੱਕ ਤੇ ਲੰਗੜੀ ਤੇ ਪਹਿਲਾਂ ਹੀ ਕਰਤੀ ਆ। ਉਸ ਦਿਨ ਜੇ 26 ਜਨਵਰੀ ਦੀ ਪਰੇਡ ਹੋ ਜਾਂਦੀ ਹੈ ਤੇ ਸਰਕਾਰ ਨੂੰ ਲਕਵਾ ਮਾਰ ਜਾਊਗਾ, ਲੱਕ ਤੋਂ ਹੀ ਜਾਂਦੀ ਰਹੂਗੀ। ਲੰਗੜੀ ਤੇ ਕਰਤੀ ਹੈ, ਪਹਿਲਾਂ ਹੀ ਕਰਤੀ ਆ। ਐਵੇਂ ਨਹੀਂ ਕਿ ਨਰਿੰਦਰ ਤੋਮਰ ਜਿਹੜੇ ਕਈ ਪਹਿਲਾਂ ਕਹਿੰਦੇ ਸੀ ਸਭ ਠੀਕ ਆ, ਫਿਰ ਕਹਿੰਦੇ ਕਿ ਜੋ ਕੁਝ ਕਹੋ ਬਦਲ ਲੈਂਦੇ ਆ, ਹੁਣ ਕਹਿੰਦੇ ਆ ਕਿ ਅਸੀਂ ਸਸਪੈਂਡ ਕਰ ਦਿੰਦੇ ਆ। ਸਰਕਾਰ ਲਗਾਤਾਰ ਕਲਾਈਮ ਡਾਊਨ ਕਰ ਰਹੀ ਹੈ ਔਰ ਕੱਲ ਵਾਲਾ ਕਲਾਈਮ ਡਾਊਨ ਛੋਟਾ ਨਹੀਂ ਹੈ। ਮੈਂ ਇਸ ਕਰਕੇ ਸਿੱਧੂ ਸਾਹਿਬ ਇੱਥੋਂ ਇਹ ਅੰਦਾਜ਼ਾ ਲਾ ਰਿਹਾ, ਇਸ ਗੱਲ ਦਾ ਪਹਿਲੀ ਵਾਰੀ ਹੋਇਆ ਕਿ ਕਿਸਾਨਾਂ ਨੇ ਵੀ ਜਿਹੜੀ ਦੁਬਾਰਾ ਮੀਟਿੰਗ ਸ਼ੁਰੂ ਹੋਈ ਉਹਦੇ ਵਿੱਚ ਇਹ ਨਹੀਂ ਕਿਹਾ ਕਿ ਤੁਹਾਡੀ ਪ੍ਰਪੋਜ਼ਲ ਨੂੰ ਅਸੀਂ ਰਿਜੈਕਟ ਕਰਦੇ ਹਾਂ, ਯੈਸ ਔਰ ਨੋ ਵਾਲਾ ਨਹੀਂ ਸੀ। ਉਹਨਾਂ ਨੇ ਕਿਹਾ ਕਿ ਅਸੀਂ ਜਾ ਕੇ ਆਪਣੀ ਸਾਥੀਆਂ ਦੇ ਨਾਲ ਸਲਾਹ ਕਰਾਂਗੇ। ਮੈਨੂੰ ਜੋ ਮਾੜਾ ਮੋਟਾ ਅੰਦਾਜ਼ਾ ਲੱਗਦਾ ਕਿ ਇਸ ਜਮੂਦ ਦੇ ਵਿੱਚ, ਸਟੇਲਮੇਟ ਦੇ ਵਿੱਚ, ਜਿਸ ਤਰ੍ਹਾਂ ਬਿਲਕੁਲ ਠੀਕ ਹੈ ਪ੍ਰਾਚਰ ਜੀ, ਆਪਾਂ ਸਾਰੇ ਜਾਣਦੇ ਹਾਂ ਜੇ ਮੋਦੀ ਕਾਨੂੰਨ ਵਾਪਸ ਲੈ ਲੈਂਦਾ ਤੇ ਇਹ ਮੋਦੀ ਤੇ ਰੈਫਰੈਂਡਮ ਆ। ਇਹਦਾ ਮਤਲਬ ਜੋ ਅੱਜ ਤੱਕ ਕੀਤਾ ਉਹ ਸਾਰਾ ਹੀ ਸ਼ੰਕੇ ਦੀ ਘੇਰੇ ਦੇ ਵਿੱਚ ਆ। ਇਹ ਇੱਕ ਛੋਟੀ ਗੱਲ ਨਹੀਂ ਹੈ। ਇਹ ਮੋਦੀ ਜੀ ਵੀ ਜਾਣਦੇ, ਆਪਾਂ ਵੀ ਜਾਣਦੇ ਆ। ਇਸ ਤਰ੍ਹਾਂ ਇਹ ਪ੍ਰਚਾਰਿਆ ਜਾਣਾ, ਇਹਦਾ ਇੰਪ੍ਰੈਸ਼ਨ ਇਹ ਇੰਜ ਜਾਣਾ। ਦੂਜੇ ਪਾਸੇ ਕਿਸਾਨਾਂ ਦਾ ਵੀ ਇੱਕ ਇਤਿਹਾਸਿਕ ਇਕੱਠ ਆ, ਉਹ ਪਿਛਾਂ ਤੇ ਇੱਕ ਮਿੰਟ ਲਈ ਹਟਣਾ ਨਹੀਂ, ਸੋਚ ਨਹੀਂ ਸਕਦੇ, ਵੱਧ ਤੇ ਸਕਦੇ ਆ। ਹੁਣ ਉਹਦੇ ਚ ਉਹਨਾਂ ਨੇ ਇਸ ਹਾਲਾਤਾਂ ਦੇ ਵਿੱਚੋਂ ਇਹੀ ਕੱਢਿਆ ਕਿ ਚਲੋ ਕਾਨੂੰਨ ਖੜਾ ਤੇ ਰਵੇ ਪਰ ਉਹ ਕਰਨ ਜੋਗਾ ਕੱਖ ਨਾ ਹੋਵੇ, ਉਹਨੂੰ ਬੇਅਸਰ ਕਰ ਦਿਓ। ਜਿਹੜੀ ਗੋਲਾ ਹੈਗਾ ਤੇ ਹੈ ਉਹਦਾ ਬਰੂਦ ਕੱਢ ਦਿਓ। ਇਸ ਕਿਸਮ ਦਾ ਵੀ ਦੇਖਣ ਨੂੰ ਗੋਲਾ ਲੱਗੀ ਜਾਵੇ ਵੀ ਖੜਾ ਹੈਗਾ ਜਾਂ ਤੋਪ ਖੜੀ ਆ, ਵਿੱਚ ਬਰੂਦ ਬਰਾਦ ਪੈਸਾ ਮੈਂ ਵਿੱਚੋਂ ਸਰ ਮੈਂ ਤੁਹਾਨੂੰ ਵਿੱਚੋਂ ਟੋਕ ਰਿਹਾ। ਇਹੋ ਜਿਹੇ ਗੋਲੇ ਦੇ ਉੱਤੇ ਐਡੀ ਲੰਮੀ ਲੜਾਈ ਦੇਖੋ ਕਿੰਨਾ ਅਨਫੋਰਚੂਨੇਟ ਹੈ ਕਿ ਪੰਜਾਬ ਤੇ ਹਰਿਆਣਾ ਆਖਰ ਕਿੱਡੀ ਕੁ ਵੱਡੀਆਂ ਸਟੇਟਾਂ ਹੈਗੀਆਂ। ਪ੍ਰੈਸਾ ਹਰ ਰੋਜ਼ ਉੱਥੇ 2 3 4 ਜਿਹੜੀਆਂ ਹੈਗੀਆਂ ਲਾਸ਼ਾਂ ਇਹਨਾਂ ਸੂਬਿਆਂ ਨੂੰ ਜਾਂਦੀਆਂ। ਤੁਸੀਂ ਅੰਦਾਜ਼ਾ ਲਾਓ ਕਿ ਵੀ ਕਿਸ ਤਰ੍ਹਾਂ ਦਾ ਉਹਨਾਂ ਦੇ ਰਿਸ਼ਤੇਦਾਰਾਂ ਚ ਆਲੇ ਦੁਆਲੇ ਦੇ ਭਾਈਚਾਰਕ ਮਾਹੌਲ ਚ, ਪਿੰਡਾਂ ਚ, ਕਸਬਿਆਂ ਚ ਸੋਗੀ ਮਾਹੌਲ ਬਣਿਆ ਹੋਏਗਾ। ਜਾਣੀ ਇੱਕ ਖਾਲੀ ਗੋਲੇ ਨੂੰ ਰੱਖਣ ਲਈ ਤੁਸੀਂ ਆਪਣੇ ਲੋਕਾਂ ਦੀ ਹਰ ਰੋਜ਼ ਕੁਰਬਾਨੀ ਲੈ ਰਹੇ ਹੋ। ਇਹ ਤੋਂ ਵੱਡੀ ਜਿਹੜੀ ਹੈਗੀ ਹੈ ਨਲਾਇਕੀ ਕਹਿ ਲਈਏ ਜਾਂ ਗਲਤੀ ਕੀ ਹੋ ਸਕਦੀ ਹੈ ਸਰਕਾਰ ਦੀ ਕਿ ਤੁਸੀਂ ਕਿਹੜੇ ਮੁੱਦੇ ਤੇ ਅੜੇ ਹੋ? ਤੁਹਾਡੇ ਆਪਣੇ ਲੋਕ ਮਾਰ ਰਹੇ ਆ, ਉਹ ਸਰਕਾਰ ਵੈਸਾ ਮੈਂ ਇੱਕ ਸਵਾਲ ਉਹ ਸਰਕਾਰ ਜਿਹੜੀ ਕਹਿੰਦੀ ਸੀ ਜੇ ਪਾਕਿਸਤਾਨ ਵਾਲੇ ਸਾਡਾ ਇੱਕ ਸਿਰ ਵੱਢਣਗੇ ਤਾਂ ਅਸੀਂ 10 ਸਿਰ ਵੱਢਾਂਗੇ। ਅਸੀਂ ਆਪਣੇ ਲੋਕਾਂ ਦੇ ਹਰ ਰੋਜ਼ ਹੀ ਆਪਣੇ ਬਾਰਡਰ ਤੇ ਸਿਰ ਲੈ ਰਹੇ ਹਾਂ। ਇਹਦਾ ਜਵਾਬ ਕੌਣ ਦੇਗਾ? ਆਖਿਰ ਪ੍ਰਧਾਨ ਮੰਤਰੀ ਨੂੰ ਦੇਣਾ ਪਏਗਾ ਨਾ ਜਵਾਬ। ਇਹ ਮੋਦੀ ਜੀ ਤੇ ਉਹਨਾਂ ਦੇ ਜਿਹੜੇ ਪਿੱਛੇ ਕੁਝ ਪੈਰੋਕਾਰ ਹੈਗੇ ਇਸ ਕਿਸਮ ਦੀ ਸੱਤਾ ਤੇ ਰਾਜਨੀਤੀ ਦੇ, ਉਹ ਜਾਨਾਂ ਜਾਣੀਆਂ, ਖੂਨ ਡੁੱਲਣਾ, ਕੋਈ ਭਾਵਨਾਵਾਂ ਕਿਸੇ ਦੀਆਂ ਆਹਤ ਹੋ ਜਾਣੀਆਂ, ਬੰਦੇ ਮਰ ਜਾਣੇ, ਇਹਨਾਂ ਦਾ ਇੱਕ ਕਿਸਮ ਦਾ ਉਹਨਾਂ ਨੂੰ ਆਰਡੀਨਰੀ ਮਤਲਬ ਇੱਕ ਰੂਟੀਨ ਦੀ ਚੀਜ਼ ਲੱਗਦੀ ਆ। ਇਹ ਤੁਹਾਨੂੰ ਸਾਨੂੰ ਜਿਹੜੇ ਅਸੀਂ ਰੱਬ ਤੋਂ ਡਰ ਕੇ ਜੀਵਨ ਜੀਨੇ ਆ ਉਹਨਾਂ ਨੂੰ ਇਹ ਬਹੁਤ ਵੱਡੀ ਗੱਲ ਲੱਗਦੀ। ਨਹੀਂ ਤੇ ਇੱਕ ਵੀ ਟਵੀਟ ਨਹੀਂ, ਇੱਕ ਵੀ ਅਫਸੋਸ ਨਹੀਂ, ਕਦੀ ਕਿਸੇ ਨੇ ਇਹ ਗੱਲ ਦਾ ਇਜ਼ਹਾਰ ਕੀਤਾ ਮੀਟਿੰਗਾਂ 'ਚ ਆ ਕੇ ਕਿਹਾ ਉੱਠ ਕੇ ਕਿਤੇ ਉਹਨਾਂ ਜਦੋਂ ਨਰਿੰਦਰ ਤੋਮਰ ਜੀ ਆਉਂਦੇ ਆ ਮੀਟਿੰਗ ਦੇ ਵਿੱਚ 2 ਮਿੰਟ ਦਾ ਮੌਨ ਰੱਖ ਕੇ ਉਹਨਾਂ ਸ਼ਹੀਦਾਂ ਲਈ ਉਹਨਾਂ ਨੂੰ ਸ਼ਰਧਾਂਜਲੀ ਤੇ ਦੇ ਦਿੰਦੇ। ਕਿਤੇ ਕੋਈ ਗੱਲ ਹੁੰਦੀ ਇਹੋ ਜੀ? ਜਾਂ ਕੋਈ ਮੋਦੀ ਜੀ ਵੱਲੋਂ ਅਜੇ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਆਈਕਨ ਨੇ ਚੰਦ ਬਣਾਇਆ, ਹੀਰਾ ਬਣਾਇਆ, ਕਿਹੜਾ ਹੀਰੋ ਬਣਾਇਆ, ਕੋਈ ਉਹ ਗੱਲ ਕਰਦੇ ਇਹਨਾਂ ਬਾਰੇ? ਕੋਈ ਗੱਲ ਨਹੀਂ ਹੈ ਜੀ। ਕਦੀ ਉਹਨਾਂ ਦੇ ਮੂੰਹ ਚੋਂ ਇਹ ਕਿਸ ਕਿਸਮ ਦੇ ਪ੍ਰਧਾਨ ਮੰਤਰੀ ਹੈ? ਇਸ ਲਈ ਇਹ ਗੱਲਾਂ ਭੁੱਲ ਜਾਓ ਕਿ ਉਹਨਾਂ ਦੇ ਯਾਦ ਚੇਤੇ ਉਹਨਾਂ ਨੂੰ ਸਿਰਫ ਤੇ ਸਿਰਫ ਮੱਛੀ ਦੀ ਅੱਖ ਵਾਂਗੂ ਸਿਰਫ ਤੇ ਸਿਰਫ ਸੱਤਾ ਤੇ ਕੁਰਸੀ ਨਜ਼ਰ ਆਉਂਦੀ ਆ। ਹੋਰ ਦੁਨੀਆ ਦਾ ਦੁੱਖ ਦਰਦ ਕੀ ਨੁਕਸਾਨ ਹੋ ਰਿਹਾ ਕੀ ਹੋ ਰਿਹਾ। ਔਰ ਦੂਸਰੀ ਗੱਲ ਇਹ ਤਾਂ ਜ਼ਿਆਦਾ ਮੈਂ ਲੰਬੀ ਨਹੀਂ ਗੱਲ ਕਰਦਾ, ਇਹ ਤਾਂ ਜ਼ਿਆਦਾ ਸਿਆਪਾ ਪੈ ਗਿਆ ਇਹ ਇਹਨਾਂ ਕੱਲਿਆਂ ਦੇ ਹੱਥ 'ਚ ਨਹੀਂ, ਇਹ ਤੇ ਧੂਤੇ ਆ IMF ਦੇ ਤੇ ਕਾਰਪੋਰੇਟਾਂ ਦੇ। ਇਹ ਆਪ ਫੈਸਲਾ ਲੈਣ ਜੋਗੇ ਹੈ ਹੀ ਨਹੀਂ। ਇਹ ਤਾਂ ਉੱਥੇ ਬੰਦੇ ਇਕੱਠੇ ਕੀਤੇ ਆ, 302 ਬੰਦੇ ਇਕੱਠੇ ਕੀਤੇ ਆ, ਉਹਨਾਂ ਤੋਂ ਯੈਸ 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 ਇਹ ਕੰਮ ਹੁੰਦਾ ਤੇ ਉਹ ਇਸ ਕਰਕੇ। ਹਾਂ ਬਿਲਕੁਲ ਮੈਂ ਇਹ ਗੱਲ ਕਰਨਾ ਚਾਹੁੰਦਾ, IMF ਦਾ ਤੇ ਬਿਆਨ ਵੀ ਆ ਗਿਆ ਤੁਹਾਡੇ ਸਾਹਮਣੇ ਆ ਗਿਆ ਕਿ ਤਿੰਨੇ ਕਾਨੂੰਨ ਠੀਕ ਆ, ਪਰ ਇਹਨਾਂ ਕਿਹਾ ਉਹਨਾਂ ਨੇ ਕਿ ਉਹਨਾਂ ਦੀ ਜਿਹੜੀ ਸੋਸ਼ਲ ਸਿਕਿਉਰਿਟੀ ਦਾ ਖਿਆਲ ਰੱਖੋ। ਇਸੇ ਤਰੀਕੇ ਨਾਲ ਜਿਹੜਾ ਪਿੱਛੇ ਉਹਨਾਂ ਦੇ ਦਬਾਅ ਬਣਿਆ ਉਹ ਉਹਨਾਂ ਨੂੰ ਪਿੱਛੇ ਹਟਣ ਨਹੀਂ ਦਿੰਦਾ। ਉਹਦੀ ਵਜ੍ਹਾ ਹੈਗੀ। ਮਿਹਰਬਾਨੀ ਪ੍ਰੈਸਰ, ਤੁਹਾਡਾ ਵੀ ਪੁਆਇੰਟ ਆ ਗਿਆ। ਪ੍ਰਾਸੀ ਜੀ ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਜਿੱਦਾਂ ਪ੍ਰੋਫੈਸਰ ਮਨਜੀਤ ਸਿੰਘ ਹੁਣੀ ਕਹਿ ਰਹੇ ਆ, ਗੱਲ ਮੋਦੀ ਦੀ ਨਹੀਂ ਹੈ। ਤੁਸੀਂ ਪਹਿਲਾਂ ਪਾਰਲੀਮੈਂਟ ਦਾ ਜ਼ਿਕਰ ਕੀਤਾ ਹੈ, ਕਿਤੇ ਲੱਗਦਾ ਹੈ ਦੇਸ਼ ਦੀਆਂ ਜਿਹੜੀਆਂ ਰਾਜਸੀ ਧਿਰਾਂ ਹੈਗੀਆਂ ਵੱਖ-ਵੱਖ ਜਿਹੜੀਆਂ ਆਪਾਂ ਜੇ ਕਿਸੇ ਪਾਰਟੀਆਂ ਦਾ ਨਾਮ ਨਾ ਵੀ ਲਈਏ,
ਉਹਨਾਂ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣੀ ਹੈ ਸੰਕਟ ਖੜਾ ਕਰਨ ਦੇ ਲਈ, ਕਿਉਂਕਿ ਜਦੋਂ ਸੂਬਿਆਂ ਦੇ ਅਧਿਕਾਰ ਖੋਣ ਦੀ ਗੱਲ ਹੋਈ, ਆਪਾਂ ਕਹਿੰਦੇ ਆ ਹਮੇਸ਼ਾ ਬੜੀਆਂ ਲੰਮੀਆਂ ਬਹਿਸਾਂ ਕੀਤੀਆਂ ਇਸ ਮੁੱਦੇ ਤੇ ਕਿ ਖੇਤੀ ਮਾਮਲਾ ਜਿਹੜਾ ਹੈਗਾ ਉਹ ਸੂਬਿਆਂ ਦੇ ਅਧਿਕਾਰ ਖੇਤਰ ਸੀ। ਇਹ ਰਾਜਸੀ ਧਿਰਾਂ ਹੁਣ ਤੱਕ ਚੁੱਪ ਕਰਕੇ ਬੈਠੀਆਂ ਰਹੀਆਂ। ਹੁਣ ਜਦੋਂ ਕਿਸਾਨ ਆਪਣੀਆਂ ਕੁਰਬਾਨੀਆਂ ਦੇ ਰਹੇ ਆ, ਬਾਰਡਰ ਤੇ ਖੜੇ ਆ, ਤਾਂ ਰਾਜਸੀ ਧਿਰਾਂ ਉੱਠ ਕੇ ਖੜੀਆਂ ਹੋ ਗਈਆਂ ਇਹਨਾਂ ਦੇ ਹੱਕ ਦੇ ਵਿੱਚ। ਰਾਜਸੀ ਧਿਰਾਂ ਵੀ ਹਿੰਦੁਸਤਾਨ ਦੀਆਂ ਇਸ ਮੁੱਦੇ ਤੇ ਜਵਾਬ ਦਾ ਹਨ ਕਿ ਨਹੀਂ ਹਨ ਪ੍ਰਾਸ਼ਰ ਜੀ? ਬਿਲਕੁਲ ਜਵਾਬ ਦੇ ਹੈਗੇ ਜਗਤਾਰ ਜੀ। ਤੁਸੀਂ ਇਹ ਦੇਖੋ ਕਿ ਕੋਈ ਵੀ ਕਿਸੇ ਵੀ ਪਾਰਟੀ ਨੇ, ਚਾਹੇ ਉਹ ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ ਹੈ ਜਾਂ ਕੋਈ ਹੋਰ ਹੈ, ਉਹਨਾਂ ਨੇ ਨਾ ਕੋਈ ਪੈਰਲਲ ਐਜੀਟੇਸ਼ਨ ਕੀਤੀ ਹੈ ਔਰ ਨਾ ਹੀ ਮੋਦੀ ਸਰਕਾਰ ਦੇ ਜਿਹੜੇ ਕਦਮ ਬ ਕਦਮ ਅੱਗੇ ਵੱਧ ਕੇ ਉਹ ਸਟੇਟਾਂ ਦੇ ਅਧਿਕਾਰਾਂ ਦੇ ਜਿਹੜੀ ਛਾਪਾ ਮਾਰ ਰਹੀ ਹੈ ਉਹਦੇ ਤੇ ਸਿਵਾਏ ਇਹ ਕਾਗਜ਼ੀ ਕਾਰਵਾਈ ਕਰਨ ਦੇ ਹੋਰ ਕੱਖ ਨਹੀਂ ਕੀਤਾ। ਕਿਉਂਕਿ ਹੁਣ ਜੇ ਪੰਜਾਬ ਸਰਕਾਰ ਦੀ ਗੱਲ ਕਰੀਏ, ਅਮਰਿੰਦਰ ਜਿਹੜੀ ਹੈ ਉਹਨੇ ਅੰਦਰ ਖਾਤੇ ਕੇਂਦਰ ਦੇ ਨਾਲ ਵੀ ਅੱਖ ਮਟਕਾ ਕਰਿਆ, ਇੱਧਰ ਪੰਜਾਬ ਦੇ ਕਿਸਾਨਾਂ ਨੂੰ ਵੀ ਕਹਿੰਦੇ ਨਹੀਂ ਅਸੀਂ ਤੁਹਾਡੇ ਨਾਲ ਹੈ, ਉੱਥੇ ਜਾ ਕੇ ਹੋਰ ਕਹਿੰਦੇ ਸੀ ਕੇਂਦਰ ਸਰਕਾਰ ਨੂੰ, ਇੱਥੇ ਕੁਝ ਹੋਰ ਹੈ। ਕੋਈ ਵੀ ਸੋਲਿਡ ਗੱਲ ਨਹੀਂ ਕੀਤੀ ਇਹਨਾਂ ਨੇ ਔਰ ਹੌਲੀ ਹੌਲੀ ਦੇਖੋ ਉਹ ਫੈਲਦੇ ਜਾ ਰਿਹਾ। ਮੋਦੀ ਸਰਕਾਰ ਹੌਲੀ ਹੌਲੀ ਜਿਹੜੀ ਫੈਲਦੀ ਜਾ ਰਹੀ। ਹੁਣ ਦੇਖੋ ਨੈਕਸਟ ਸਟੈਪ ਜਿਹੜਾ ਹੁਣ ਉਹਨਾਂ ਨੇ ਸ਼ੁਰੂ ਕਰ, ਉਹ ਕਹਿੰਦੇ ਜੀ ਇੱਕ ਦੇਸ਼ ਤਾਂ ਇੱਕੋ ਹੀ ਦਿਨ ਇਲੈਕਸ਼ਨ ਹੋਏਗਾ, ਚਾਹੇ ਉਹ ਪਾਰਲੀਮੈਂਟ ਦਾ ਹੋਏਗਾ, ਚਾਹੇ ਉਹ ਸਟੇਟ ਦਾ, ਚਾਹੇ ਉਹ ਲੋਕਲ ਬੋਡੀ ਦਾ ਹੋਇਆ। ਤੁਸੀਂ ਦੇਖੋ ਗੱਲ ਕਿੱਥੇ ਦੀ ਕਿੱਥੇ ਪਹੁੰਚਦੀ ਜਾ ਰਹੀ ਹੈ। ਔਰ ਇਹਦੇ ਨਾਲ ਇੱਕ ਨਾਲ ਜੁੜੀ ਜਿਹੜੀ ਮੈਂ ਹੋਰ ਗੱਲ ਕਹਿਣਾ ਜੀ ਕਿ ਇਹ ਹੁਣ ਅਗਰ ਨਰਿੰਦਰ ਤੋਮਰ ਜਾਂ ਮੋਦੀ ਸਰਕਾਰ ਨੂੰ ਇਹ ਗੱਲ ਸ਼ੁਰੂ ਕੀਤੀ ਹੈ ਕਿ ਅਸੀਂ ਸਸਪੈਂਡ ਕਰ ਦਿੰਦੇ ਹਾਂ ਸਾਲ ਡੇਢ ਸਾਲ ਲਈ, ਇਹਨਾਂ ਨੇ ਪੂਰਾ ਜ਼ੋਰ ਲਾ ਲਿਆ ਕਿ ਕਿਸਾਨਾਂ ਦੀ ਸਰਕਾਰ ਦੇ ਐਜੀਟੇਸ਼ਨ ਜਿਹੜੀ ਹੈ ਕਿਤੇ ਨਾ ਕਿਤੇ ਤਰ੍ਹਾਂ ਸਾਬੋਟਾਜ ਕੀਤੀ ਜਾਏ। ਕਦੀ ਕਹਿਤਾ ਇਹ 'ਚ ਖਾਲਿਸਤਾਨੀ ਆ ਗਏ, ਕਦੀ ਕਹਿਤਾ ਇਹਦੇ ਵਿੱਚ ਜਿਹੜੇ ਹੈਗੇ ਆਪਣੇ ਨਕਸਲਾਈਟ ਬਣੇ, ਕਦੀ ਕੁਛ ਉਹ ਸਾਰੇ ਕੰਮ ਫੇਲ ਹੋ ਗਏ। ਔਰ ਇਹਨਾਂ ਨੇ ਨਾਲ ਇਹ ਵੀ ਦੇਖਿਆ ਕਿ ਸ਼ਾਇਦ ਠੰਡ ਤੋਂ ਡਰ ਕੇ, ਬਾਰਿਸ਼ ਤੋਂ ਡਰ ਕੇ ਕਿਸਾਨ ਵਾਪਸ ਤੁਰ ਜਾਣ, ਅਗਲਾ ਹੀ ਹਟੇ। ਤਾਂ ਦੇਖੋ ਹੁਣ ਆਪਾਂ ਸਾਰੇ ਜਾਣਦੇ ਹਾਂ ਕਿ ਭਾਜਪਾ ਜਿਹੜੀ ਹੈ ਉਹ RSS ਦੀ ਪੈਦਾਵਾਰ ਹੈ। ਕੱਲ ਨੂੰ RSS ਦਾ ਇੱਕ ਹੀ ਪ੍ਰਸਿੱਧ ਔਰ ਟੌਪ ਦਾ ਆਈਡੀਅਲੋਗ ਹੈਗਾ ਰਾਜੂ ਭਈਆ, ਉਹਨੇ ਇੱਕ ਲੇਖ ਲਿਖਿਆ ਹੈ ਸਰਕਾਰ ਜਿਹੜੀ ਮੋਦੀ ਸਰਕਾਰ ਹੈ ਇਸ ਮੁੱਦੇ ਦੇ ਉੱਤੇ ਬਹੁਤੀ ਅੜੀ ਨਾ ਕਰੇ ਔਰ ਵਿਚਲਾ ਰਾਹ ਲੱਭ ਕੇ ਕਿਸਾਨਾਂ ਦੀ ਗੱਲ ਨੂੰ ਧਿਆਨ ਨਾਲ ਸੁਣ ਕੇ ਇਹਨਾਂ ਨੂੰ ਚਾਹੇ ਸਸਪੈਂਡ ਕਰਨਾ ਪੈਂਦਾ ਹੈ, ਇਹਨਾਂ ਨੂੰ ਕਰੋ। ਇਹਦੇ ਉੱਤੇ ਇਹ ਹੁਣ ਜਿਹੜੀ ਗੱਲ ਹੈ ਕਿ ਚਲੋ ਜੀ ਅਸੀਂ ਸਾਲ ਡੇਢ ਸਾਲ ਲਈ ਜਿਹੜੀ ਹੈ ਸਸਪੈਂਡ ਕਰ ਦਿੰਦੇ ਹਾਂ, ਉੱਤੇ ਨਿਕਲੀ ਹੈ। ਇਹ ਅਦਰਵਾਈਜ਼ ਤਾਂ ਪਤਾ ਨਹੀਂ ਆਪਣਾ ਦਿਮਾਗ ਲਾਉਂਦੇ ਨਹੀਂ ਹੈ ਜਾਂ ਕੀ ਗੱਲ ਹੈ ਕਿ ਸਾਰੀਆਂ ਡਾਇਰੈਕਸ਼ਨ ਵੇਟ ਕਰਦੇ ਆ ਕਿ RSS ਹੈਡਕੁਆਰਟਰ ਤੋਂ ਕੁਝ ਆਏਗਾ ਤਾਂ ਫਿਰ ਆਪ ਚੱਲਾਂਗੇ। ਜੀ ਜੀ, ਥੈਂਕ ਯੂ ਵੈਰੀ ਮਚ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਹਨਾਂ ਮੁੱਦਿਆਂ ਤੇ ਆ ਰਹੇ ਵਾਪਸ। ਸਾਡੇ ਕਿਤਾਬਾ ਜਰਨਲਿਸਟ ਬੁੱਧੀਜੀਵੀ ਆਖਰ ਜਿਹੜਾ ਰਾਜਸੀ ਡਿਬੇਟਾਂ ਤੋਂ ਵੱਖਰੇ ਤੌਰ ਤੇ ਜੋ ਸਥਿਤੀ ਹੈ ਇਸ ਵੇਲੇ, ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਹਰਿਆਣਾ ਦੀ ਗੱਲ ਕਰਦੇ ਹਾਂ ਤੇ ਦੇਸ਼ ਦੀ ਗੱਲ ਕਰਦੇ ਹਾਂ, ਕਿਸਾਨੀ ਦੇ ਮੁੱਦੇ ਤੇ ਕਿਹੜੇ ਉੱਠ ਰਹੇ ਆ ਸਵਾਲ, ਇਹਨਾਂ ਸਾਰੇ ਮਾਮਲਿਆਂ ਤੇ ਕਰਾਂਗੇ ਚਰਚਾ ਛੋਟੀ ਜਿਹੀ ਬ੍ਰੇਕ ਦੇ ਬਾਅਦ। ਨਜ਼ਰੀਆ ਦੀ ਟੀਵੀ ਦਰਸ਼ਕਾਂ ਦਾ ਸਵਾਗਤ। ਹਰਕਮਲ ਜੀ, ਜਦੋਂ ਆਪਾਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੇ ਮੁੱਦੇ ਤੇ ਗੱਲ ਕਰਦੇ ਹਾਂ ਤਾਂ ਸਭ ਤੋਂ ਵੱਡਾ ਦਬਾਅ ਇਸ ਵੇਲੇ, ਜਿੱਦਾਂ ਆਪਾਂ ਬ੍ਰੇਕ ਤੋਂ ਪਹਿਲਾਂ ਸਾਰਿਆਂ ਨੇ ਜ਼ਿਕਰ ਵੀ ਕੀਤਾ ਹੈ, 26 ਜਨਵਰੀ ਗਣਤੰਤਰ ਦਿਵਸ ਦੇ ਮੱਦੇਨਜ਼ਰ ਕਿਉਂ ਬਣਿਆ ਦਬਾਅ? ਜਿਸ ਤਰ੍ਹਾਂ ਟਰੈਕਟਰ ਦਾ ਮਾਰਚ ਦਾ, ਟਰੈਕਟਰ ਰੈਲੀ ਦਾ ਜਿਹੜਾ ਸੱਦਾ ਦਿੱਤਾ ਗਿਆ, ਕਿਵੇਂ ਦੇਖਦੇ ਹੋ? ਕਿੱਡਾ ਕੁ ਵੱਡਾ ਹੰਗਾਰਾ ਜਿਹੜਾ ਹੈਗਾ, ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ, ਦੂਜੇ ਸੂਬਿਆਂ ਦੀ ਗੱਲ ਕਰ ਲਈਏ, ਕਿ ਇੰਨਾ ਵੱਡਾ ਦਬਾਅ ਬਣ ਗਿਆ ਕਿ ਕੇਂਦਰ ਨੂੰ ਪਿੱਛੇ ਹਟਣਾ ਪੈ ਰਿਹਾ ਹੈ। ਕਿਹੋ ਜਿਹਾ ਦਬਾਅ ਲੱਗ ਰਿਹਾ ਹੈ ਹਰਕਮਲ ਜੀ? ਜਗਤਾਰ ਜੀ, ਜੋ ਰਿਪੋਰਟਸ ਇੰਟੈਲੀਜੈਂਸ ਦੀਆਂ ਪੰਜਾਬ ਹਰਿਆਣੇ ਤੋਂ ਜਾ ਰਹੀਆਂ ਤੁਹਾਨੂੰ ਵੀ ਪਤਾ ਹੈਗੀਆਂ ਨੇ, ਜੋ ਨਜ਼ਰ ਆ ਰਿਹਾ ਹੈ ਕਿ ਇਸ ਮੌਕੇ 26 ਜਨਵਰੀ ਨੂੰ ਦਿੱਲੀ 'ਚ 1 ਲੱਖ ਤੋਂ ਉੱਤੇ ਟਰੈਕਟਰ ਪਹੁੰਚ ਸਕਦਾ ਹੈ ਔਰ 1 ਲੱਖ ਤੋਂ ਉੱਤੇ ਇੱਕ ਦਿੱਲੀ ਵਰਗੇ ਵੱਡੇ ਸ਼ਹਿਰ 'ਚ ਵੀ ਜੇ ਟਰੈਕਟਰ ਪਹੁੰਚ ਜਾਂਦਾ ਹੈ, ਉਹ ਆਪਣੇ ਆਪ 'ਚ ਇੰਨਾ ਵੱਡਾ ਨੰਬਰ ਹੋਏਗਾ ਜਿਹੜਾ ਕਿ ਇਤਿਹਾਸਕ ਬਣ ਜਾਏਗਾ। ਔਰ ਤੁਸੀਂ ਦੇਖੋ ਜਿਹੜਾ ਇਹ ਆਲਰੇਡੀ ਸਿੰਘੂ ਬਾਰਡਰ ਔਰ ਜਿਹੜੇ 3-4 ਹੋਰ ਪੁਆਇੰਟ ਹੈਗੇ ਨੇ ਜਿਹੜੇ ਉੱਥੇ ਧਰਨੇ ਲੱਗੇ ਹੋਏ ਨੇ, ਉਹ ਆਲਰੇਡੀ ਸਾਰਾ ਹਿੰਦੁਸਤਾਨ ਇਹ ਕਹਿ ਰਿਹਾ ਹੈ ਕਿ ਹਿੰਦੁਸਤਾਨ ਦੇ ਆਜ਼ਾਦੀ ਮਿਲਣ ਤੋਂ ਬਾਅਦ ਇਹ ਪਹਿਲੀ ਵਾਰੀ ਏਡੀ ਵੱਡੀ ਕੋਈ ਮੂਵਮੈਂਟ ਹਿੰਦੁਸਤਾਨ 'ਚ ਖੜੀ ਹੋਈ ਹੈ। ਔਰ ਜੇ ਇਹ ਟਰੈਕਟਰ ਮਾਰਚ ਜਿਵੇਂ ਸਾਨੂੰ ਨਜ਼ਰ ਆ ਰਿਹਾ ਹੈ, ਹਰੇਕ ਪਿੰਡ 'ਚੋਂ ਪੰਜਾਬ ਦੇ
ਜਿੰਨੇ ਟਰੈਕਟਰ ਨੇ ਸਾਰੇ ਜਾ ਰਹੇ ਨੇ। ਤੁਸੀਂ ਦੇਖੋ ਚੰਡੀਗੜ੍ਹ ਵਰਗਾ ਸ਼ਹਿਰ ਜਿੱਥੇ ਕੋਈ ਕਿਸਾਨ ਨਹੀਂ ਹੈਗੇ, ਜਿੱਥੇ ਕੋਈ ਖੇਤੀ ਨਹੀਂ ਹੁੰਦੀ, ਉਹ ਜਿਵੇਂ ਪ੍ਰੋਫੈਸਰ ਮਨਜੀਤ ਸਿੰਘ ਕਹਿ ਰਹੇ ਸੀ, ਮੈਂ ਜਦੋਂ ਸ਼ਾਮ ਨੂੰ ਦਫ਼ਤਰ ਜਾਣਾ, ਮੈਂ ਘੱਟੋ ਘੱਟ 15-20 ਕ੍ਰਾਸਿੰਗ ਚੌਕ ਵੱਡੇ ਇਹੋ ਜਿਹੇ ਦੇਖਣਾ ਜਿੱਥੇ 100 200 300 ਤੱਕ ਵੀ ਲੋਕ, ਨੌਜਵਾਨ, ਬੱਚੇ, ਲੜਕੀਆਂ, ਬਜ਼ੁਰਗ ਖੜੇ ਹੋ ਕੇ ਨਾਅਰੇ ਮਾਰਦੇ ਹੁੰਦੇ ਨੇ ਬੈਨਰ ਚੁੱਕ ਕੇ। ਤੁਸੀਂ ਅੰਦਾਜ਼ਾ ਲਗਾਓ ਕਿ ਜੇ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਇਹੋ ਜਿਹਾ ਰਿਐਕਸ਼ਨ ਹੈਗਾ, ਇੰਨਾ ਉਭਾਰ ਹੈਗਾ, ਕਿ ਬਾਕੀ ਪੰਜਾਬ ਔਰ ਦੂਜੀਆਂ ਸਟੇਟਾਂ 'ਚ ਕੀ ਹਾਲ ਹੋਏਗਾ। ਔਰ ਮੈਨੂੰ ਨਜ਼ਰ ਆ ਰਿਹਾ ਕਿ ਇਹ ਜਿਹੜੀਆਂ ਦਿੱਲੀ ਦੇ ਐਡਜੋਇਨਿੰਗ ਜਿੰਨੀਆਂ ਸਟੇਟਸ ਹੈਗੀਆਂ, ਇਹਨਾਂ ਸਾਰੀਆਂ 'ਚੋਂ ਬਹੁਤ ਮੈਸਿਵ ਮੋਬਿਲਾਈਜੇਸ਼ਨ ਹੋ ਰਹੀ ਹੈ, ਜਿਹੜੀ ਕਿ 26 ਜਨਵਰੀ ਤੇ ਦਿੱਲੀ ਲੋਕੀ ਕੂਚ ਕਰਨਗੇ, ਆਉਣਗੇ। ਔਰ ਗਵਰਨਮੈਂਟ ਆਫ ਇੰਡੀਆ ਮੈਨੂੰ ਲੱਗਦਾ ਇਸੇ ਗੱਲ ਤੋਂ ਘਬਰਾਹਟ 'ਚ ਹੈਗੀ ਹੈ ਕਿ ਜੇ ਇਹ ਲੋਕ ਦਿੱਲੀ 'ਚ ਐਂਟਰ ਕਰ ਗਏ, ਉਹ ਤੇ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਡਿਸਟਰਬ ਨਹੀਂ ਕਰਾਂਗੇ, ਅਸੀਂ 26 ਜਨਵਰੀ ਦਾ ਸਮਾਗਮ ਅਸੀਂ ਡਿਸਟਰਬ ਨਹੀਂ ਕਰਾਂਗੇ, ਸਾਡਾ ਕੋਈ ਪ੍ਰੋਗਰਾਮ ਨਹੀਂ ਹੈਗਾ ਕਿ ਅਸੀਂ ਜਾ ਕੇ ਲਾਲ ਕਿਲੇ ਤੇ ਕੋਈ ਝੰਡਾ ਲਹਿਰਾਣਾ ਹੈ। ਲੇਕਿਨ ਜੇ ਇਹ ਲੋਕ ਜਾ ਕੇ ਕੱਲ ਨੂੰ ਉੱਥੇ ਰਾਮਲੀਲਾ ਮੈਦਾਨ 'ਚ ਸ਼ਿਫਟ ਕਰ ਲੈਂਦੇ ਨੇ ਆਪਣਾ ਧਰਨਾ, ਔਰ ਉੱਥੇ ਜਾ ਕੇ 10-20 ਲੱਖ ਬੰਦਾ ਬੈਠ ਜਾਂਦਾ ਹੈ, ਜਾਂ ਉਹਨਾਂ 'ਚੋਂ ਕੁਝ ਲੋਕ ਕੱਲ ਨੂੰ ਇਹ ਫੈਸਲਾ ਕਰ ਲੈਣ ਕਿ ਅਸੀਂ ਪ੍ਰਾਈਮ ਮਿਨਿਸਟਰ ਹਾਊਸ ਅਸੀਂ ਘੇਰਨਾ, ਉੱਥੇ ਜਾ ਕੇ ਧਰਨਾ ਲਾਣਾ ਹੈ, ਜੇ ਉੱਥੇ ਇਹੋ ਜਿਹੀ ਮੈਸਿਵ ਇੱਕ ਜਿਹੜਾ ਇਕੱਠ ਹੈਗਾ ਉਧਰ ਚਲਾ ਜਾਏ, ਕੱਲ ਨੂੰ ਪਾਰਲੀਮੈਂਟ ਦਾ ਸੈਸ਼ਨ ਹੈਗਾ, ਜੇ ਉਹ ਦਿੱਲੀ 'ਚ ਜੰਤਰ ਮੰਤਰ 'ਚ ਬੈਠੇ ਨੇ, ਫਿਰ ਉਹ ਬੈਠੇ ਕੁਝ ਵੀ ਕਰ ਸਕਦੇ ਨੇ, ਉਹ ਕਿਸੇ ਪਾਸੇ ਵੀ ਉੱਥੋਂ ਜਾ ਸਕਦੇ ਨੇ। ਉਹ ਉੱਥੋਂ ਪਾਰਲੀਮੈਂਟ ਸੈਸ਼ਨ ਦੇ ਦੌਰਾਨ ਇਹ ਵੀ ਫੈਸਲਾ ਲੈ ਸਕਦੇ ਨੇ ਕਿ ਅਸੀਂ ਉੱਥੇ ਜਾ ਕੇ ਅਸੀਂ ਮੁਜ਼ਾਹਰਾ ਕਰਾਂਗੇ ਜਾਂ ਕਿਸੇ ਹੋਰ ਥਾਂ ਜਾ ਕੇ। ਮੇਰੇ ਖਿਆਲ 'ਚ ਜਿਹੜੇ ਲਾਅ ਐਂਡ ਆਰਡਰ ਨਾਲ ਲੋਕ ਡੀਲ ਕਰ ਰਹੇ ਨੇ, ਉਹਨਾਂ ਲਈ ਇਹ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ। ਔਰ ਉਹਨਾਂ ਨੂੰ ਇਹ ਵੀ ਨਜ਼ਰ ਆ ਰਿਹਾ ਹੈ ਕਿ ਅਸੀਂ ਇਹਨਾਂ ਲੋਕਾਂ ਦੇ ਇੰਨੇ ਵੱਡੇ ਇਕੱਠ ਦੇ ਖਿਲਾਫ ਕੋਈ ਤਾਕਤ ਦੀ ਵਰਤੋਂ ਨਹੀਂ ਕਰ ਸਕਦੇ, ਉਹ ਪੋਸੀਬਲ ਨਹੀਂ ਹੈਗੀ। ਔਰ ਇਸੇ ਲਈ ਤੁਸੀਂ ਦੇਖੋ ਕਿ ਗਵਰਨਮੈਂਟ ਆਫ ਇੰਡੀਆ ਨੇ ਜਿਹੜਾ ਕੱਲ ਜਿਵੇਂ ਉਹ ਲਿਫਟ ਕੇ ਥੱਲੇ ਆਏ, ਔਰ ਜੇ ਮੈਨੂੰ ਲੱਗਦਾ ਜੇ ਇਸੇ ਢੰਗ ਨਾਲ ਕਿਸਾਨ ਜੇ ਨਾ ਮੰਨੇ, ਆਉਣ ਵਾਲੇ ਦਿਨਾਂ 'ਚ ਗਵਰਨਮੈਂਟ ਆਫ ਇੰਡੀਆ ਹੋਰ ਵੀ ਲਿਫਟ ਸਕਦੀ ਹੈ, ਹੋਰ ਵੀ ਥੱਲੇ ਆ ਸਕਦੇ ਨੇ। ਜੋ ਮੈਨੂੰ ਲੱਗ ਰਿਹਾ ਕਿ ਅੱਜ ਦੀ ਡੇਟ 'ਚ ਗਵਰਨਮੈਂਟ ਆਫ ਇੰਡੀਆ ਨੂੰ ਇਹ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ ਕਿ ਉਹਨਾਂ ਦੇ ਕੋਲ ਕਿਸਾਨਾਂ ਨਾਲ ਸਮਝੌਤੇ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਹੈਗਾ। ਇਹ ਠੀਕ ਹੈ, ਜਿਵੇਂ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਕਿਹਾ ਹੈ ਕਿ ਜਿਹੜੇ ਪਿੱਛੇ ਜਿਹੜੇ IMF ਹੈਗੀ ਹੈ ਜਾਂ ਜਿਹੜੀਆਂ ਹੋਰ ਇੰਟਰਨੈਸ਼ਨਲ ਬਾਡੀਜ਼ ਹੈਗੀਆਂ ਜਿਹੜੀਆਂ ਕਿ, ਔਰ ਜਿਹੜੇ ਕੁਝ ਜਿਹੜੇ ਘਰਾਣੇ ਹੈਗੇ ਨੇ, ਉਹਨਾਂ ਦਾ ਦਬਾਅ ਬਿਲਕੁਲ ਬਕਾਇਦਾ ਮੌਜੂਦ ਹੈਗਾ, ਉਹ ਸ਼ਾਇਦ ਰਹੇਗਾ। ਪਰ ਮੈਨੂੰ ਲੱਗਦਾ ਕਿ ਗਵਰਨਮੈਂਟ ਨੂੰ ਕੱਲ ਨੂੰ ਇਹ ਵੀ ਸੋਚਣਾ ਪੈ ਸਕਦਾ ਕਿ ਉਹ ਜਿਹੜੇ ਇਹੋ ਜਿਹੇ ਬਾਹਰੀ ਪ੍ਰੈਸ਼ਰ ਉਹਨਾਂ ਦੇ ਉੱਤੇ ਹੈਗੇ ਨੇ, ਉਹਨਾਂ ਦੇ ਹੇਠ ਕੰਮ ਕਰਨ ਕਿ ਆਪਣੇ ਲੋਕਾਂ ਦੀ ਆਵਾਜ਼ ਸੁਣਨ। ਆਉਣ ਵਾਲੇ ਦਿਨਾਂ 'ਚ ਮੈਨੂੰ ਲੱਗਦਾ ਗਵਰਨਮੈਂਟ ਨੂੰ ਇਹਦੇ ਬਾਰੇ ਵੀ ਇੱਕ ਸਪਸ਼ਟ ਆਪਣੇ ਲਈ ਫੈਸਲਾ ਲੈਣਾ ਪਏਗਾ। ਥੈਂਕ ਯੂ ਵੈਰੀ ਮਚ। ਪ੍ਰਕਾਸ਼ ਜੀ, ਜਿੱਦਾਂ ਹਰਕਮਲ ਜੀ ਨੇ ਕਮੈਂਟਸ ਕੀਤੇ ਹੈ, ਮੈਂ ਤੁਹਾਡਾ ਜਿਹੜਾ ਜਵਾਬ ਲੈਣ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਗੱਲ ਦੇ ਵਿੱਚ ਜਿਹੜੀ ਵਾਅਦਾ ਕਰਨਾ ਚਾਹਾਂਗਾ। ਜਿੱਦਾਂ ਹਰਕਮਲ ਜੀ ਕਹਿ ਰਿਹਾ ਹੈ, ਇਸ ਵੇਲੇ ਤੁਸੀਂ ਪੰਜਾਬ ਦੀ ਕਿਸੇ ਸੜਕ ਤੇ ਨਿਕਲਦੇ ਹੋ, ਸ਼ਹਿਰ 'ਚ ਨਿਕਲਦੇ ਹੋ, ਕਸਬਿਆਂ ਤੇ ਨਿਕਲਦੇ ਹੋ, ਇੱਕ ਨਵੀਂ ਕਿਸਮ ਦਾ ਰੁਝਾਨ ਹੈ ਕਿ ਤੁਹਾਨੂੰ ਹਰ ਜਗ੍ਹਾ ਤੇ ਕਿਸਾਨ ਯੂਨੀਅਨ ਨਾਲ ਸੰਬੰਧਿਤ ਜਿਹੜੇ ਝੰਡੇ ਆ ਉਹ ਵਿਖਦੇ ਨਜ਼ਰ ਆਉਣਗੇ। ਯਾਨੀ ਵੱਡੇ ਵੱਡੇ ਝੰਡੇ ਹਰ ਸੜਕਾਂ ਦੇ ਉੱਤੇ, ਹਰ ਮੋੜਾਂ ਦੇ ਉੱਤੇ ਲੱਗੇ ਹੋਏ ਹੈ। ਇਦਾਂ ਦਾ ਇੱਕ ਰੁਝਾਨ ਜਿਹੜਾ ਹੈਗਾ ਬਹੁਤ ਵੱਡੀ ਗਿਣਤੀ 'ਚ ਪੰਜਾਬ ਦੇ 'ਚ ਜਦੋਂ ਆਪਾਂ ਨਿਕਲਦੇ ਆ ਤਾਂ ਸੜਕਾਂ ਦੇ ਉੱਤੇ, ਜਿੱਦਾਂ ਹਰਕਮਲ ਜੀ ਨੇ ਕਿਹਾ, ਟਰੈਕਟਰ ਇਦਾਂ ਨਿਕਲਦੇ ਆ ਜਿੱਦਾਂ ਟੈਂਕ ਚੱਲ ਰਹੇ ਹੁੰਦੇ ਆ ਕਿਸੇ ਲੜਾਈ ਦੇ ਲਈ। ਅੱਜ ਵੀ ਮੈਂ ਕੁਝ ਜਰਨਲਿਸਟਾਂ ਨਾਲ ਗੱਲ ਕਰ ਰਿਹਾ ਸੀ ਲੁਧਿਆਣੇ ਦੇ ਅੰਦਰ, ਤਾਂ ਉਹਨਾਂ ਦਾ ਕਹਿਣਾ ਸੀ ਜੀ ਕਿ ਪਿਛਲੇ ਪਾਸੇ ਅੰਮ੍ਰਿਤਸਰ ਵਾਲੇ ਪਾਸੇ ਦੇ ਜਿਹੜੇ ਟਰੈਕਟਰ ਆ ਰਹੇ ਆ ਤਾਂ ਬਹੁਤ 40-40 50-50 ਗਿਣਤੀ ਉਹਨਾਂ ਦੇ ਕਾਫਲਿਆਂ ਦੇ ਕਾਫਲੇ। ਇਦਾਂ ਦਾ ਜਿਹੜਾ ਰੁਝਾਨ ਜਿਹੜਾ ਹੈਗਾ ਦੇਖ ਰਹੇ ਹੋ ਪ੍ਰਾਸ਼ਰ ਜੀ, ਇੱਕ ਬਹੁਤ ਵੱਡਾ ਕਲਾ ਟਰੈਕਟਰਾਂ ਦੇ ਰੁਝਾਨ ਦੀ ਗੱਲ ਨਹੀਂ ਹੈ, ਲੇਖਕਾਂ ਦੀ ਗੱਲ ਕਰ ਲਈਏ, ਕਲਾਕਾਰਾਂ ਦੀ ਗੱਲ ਕਰ ਲਈਏ, ਦੂਜੇ ਹੋਰ ਕਰ ਲਈਏ, ਇਹ ਜਿਹੜਾ ਇੱਕ ਮਾਹੌਲ ਬਣਿਆ, ਇਸ ਮਾਹੌਲ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਗਤਾਰ ਜੀ, ਇਸ ਤੋਂ ਬੜਾ ਸਾਫ਼ ਸਾਬਤ ਹੁੰਦਾ ਹੈ ਕਿ ਇਸ ਅੰਦੋਲਨ ਦੇ ਵਿੱਚ ਕਿੰਨੀ ਵਾਈਡ ਸਪੋਰਟ ਹੈਗੀ ਹੈ, ਕਿੰਨੀ ਵੱਡੀ ਜਿਹੜੀ ਬੈਕਿੰਗ ਹਰ ਸੈਕਸ਼ਨ ਤੋਂ ਮਿਲ ਰਹੀ ਹੈ। ਔਰ ਮਿਲੇ ਵੀ ਕਿਉਂ ਨਾ, ਕਿਉਂਕਿ ਪੰਜਾਬ ਦੀ ਕਿਸਾਨੀ ਜਿਹੜਾ ਕਿ ਅੰਨਦਾਤਾ ਹੈ ਦੇਸ਼ ਦਾ, ਉਹਦੀ ਨਾਲ ਉਹਦੀ ਅਗਰ ਜ਼ਿੰਦਗੀ ਦਾ ਸਵਾਲ ਬਣਿਆ ਹੋਇਆ ਹੈ, ਔਰ ਉਹਨਾਂ ਦੇ ਜ਼ਰੀਏ ਹੀ ਜਿਹੜੀ ਪੰਜਾਬ ਦੀ ਆਮ ਹੈ ਜਾਂ ਆਮ ਸ਼ਹਿਰੀ ਹੈ, ਉਹਨਾਂ ਦੇ ਵੀ ਖਾਣਾ ਜੁੜਿਆ ਹੋਇਆ ਹੈ। ਤਾਂ ਇਹੋ ਜਿਹਾ ਜਿਹੜਾ ਇਮੋਸ਼ਨਲ ਐਜ਼ ਵੈਲ ਐਜ਼ ਮਟੀਰੀਅਲ ਤੇ ਫਿਜ਼ੀਕਲ ਤਿੰਨੋਂ ਸਪੋਰਟ ਜਿਹੜੀਆਂ ਹੈ ਉਹ ਲੋਕਾਂ ਵੱਲੋਂ ਉਹਨਾਂ ਨੂੰ
ਜਾ ਰਹੀ। ਉਹ ਦੂਜੀ ਗੱਲ ਇਹ ਹੈ ਕਿ ਜਿਹੜੇ ਕਿਸਾਨਾਂ ਦਾ ਜਿਹੜਾ ਟਰੈਕਟਰਾਂ ਦਾ ਪੂਰੇ ਦੇ ਪੂਰੇ ਕਾਫਲੇ ਤੁਰ ਪਏ ਆ। ਮੈਂ ਸਮਝਦਾ ਹਾਂ ਕਿ ਕੇਂਦਰ ਸਰਕਾਰ ਨੂੰ ਵੀ ਇਹ ਦੇਖਦੇ ਹੋਏ ਜਿਹੜਾ ਹੈ ਪਿੱਛੇ ਹਟਣਾ ਪੈ ਰਿਹਾ ਕਿ ਉਹਨੂੰ ਨਜ਼ਰ ਆ ਰਿਹਾ ਕਿ ਵੀ ਇਹ ਜਿਹੜੇ ਵੱਧਦਾ ਜਾ ਰਿਹਾ ਕੰਮ, ਕੋਈ ਨਾ ਕੁਝ ਕਰਨਾ ਪਏਗਾ। ਤੀਜੀ ਗੱਲ ਇਹ ਹੈ ਕਿ ਇੱਕ ਪਾਸੇ ਰਿਪਬਲਿਕ ਡੇ ਹੈ, ਉਹ ਦੂਜੇ ਪਾਸੇ ਜੇ ਕਿਸਾਨ ਕਹਿੰਦੇ ਹੈ ਕਿ ਅਸੀਂ ਟਾਰਚ ਦਿੱਲੀ ਦੇ ਵਿੱਚੋਂ ਕੱਢ ਰਹੇ ਹੈ, ਚਾਹੇ ਉਹ ਸ਼ਾਂਤਮਈ ਹੋਏ। ਹੁਣ ਸਵਾਲ ਉੱਥੇ ਸ਼ਾਂਤਮਈ ਜਾਂ ਅਸ਼ਾਂਤਮਈ ਦੀ ਗੱਲ ਨਹੀਂ ਹੈ, ਗੱਲ ਇਹ ਹੈ ਕਿ ਜੇ ਦਿੱਲੀ ਦੇ ਸੜਕਾਂ ਦੇ ਉੱਤੇ ਆ ਗਏ ਪੂਰਾ ਮਾਰਚ ਲੈ ਕੇ, ਤੁਸੀਂ ਇਹ ਦੇਖੋ ਦਿੱਲੀ 'ਚ ਆਪਣਾ ਟ੍ਰੈਫਿਕ ਕਿੰਨਾ ਹੈ, ਚਾਹੇ ਕੁਝ ਕਰਨ ਦੀ ਲੋੜ ਨਹੀਂ। 2000 ਜਿਹੜਾ ਟਰੈਕਟਰ ਜਿਹੜਾ ਸੜਕਾਂ ਦੇ ਤੁਰ ਤੋੜਨ ਦੇ ਸਾਰਾ ਜਿਹੜਾ ਹੈ ਉਹ ਟ੍ਰੈਫਿਕ ਜਾਮ ਕਰਕੇ ਰੱਖ ਦੇਣਾ, ਨਾ ਕੋਈ ਅੱਗੇ ਜਾ ਸਕੇ ਨਾ ਪਿੱਛੇ ਜਾ ਸਕਿਆ। ਤੇ ਇਹਨਾਂ ਹਾਲਾਤ ਦੇ ਵਿੱਚ ਤੁਸੀਂ ਦੱਸੋ ਫੌਜੀ ਪਰੇਡ ਕਿੱਥੋਂ ਹੋ ਜਾਏਗੀ, ਪਬਲਿਕ ਡੇ ਪਰੇਡ ਕਿੱਥੇ ਹੋਏਗੀ? ਇਹ ਸਭ ਕੁਝ ਦੇਖਦੇ ਹੋਏ ਜਿਹੜੀ ਸਰਕਾਰ ਜਿਹੜੀ ਹੈ ਉਹ ਘਬਰਾਈ ਹੋਈ ਹੈ। ਔਰ ਤੁਸੀਂ ਇਹ ਦੇਖੋ ਕੱਲ੍ਹ ਨਰਿੰਦਰ ਮੋਦੀ ਨੇ ਜਿਹੜਾ ਨਰਿੰਦਰ ਤੋਮਰ ਜਿਹੜਾ ਹੈਗਾ, ਉਹਨਾਂ ਨੇ ਗੱਲਾਂ 'ਚ गुरु साहब का भी नाम लेता कि जी आज तो जी बड़ा पवित्र दहाड़ा है, गुरु साहब का जन्मदिन है, हम तो चाहते थे आज ही खत्म करो। आज मतलब तुम ये देखो सरकार कितनी डरी हुई है, कितनी पीछे हटी हुई है, और ਉਹਦਾ ਹੱਥ ਜੋੜਤੇ ਆਏ ਹੋਏ ਆ ਹੁਣ ਕਿ ਵੀ ਇਹ ਕਿਸੇ ਤਰ੍ਹਾਂ ਮੁਕਾਓ ਸਿਆਪੇ ਨੂੰ, ਆਪਾਂ ਕੰਮ ਜਿਹੜਾ ਹੁਣ ਅੱਗੇ ਨੂੰ ਤੋਰੀਏ। ਤਾਂ ਇਸ ਕਰਕੇ ਮੈਂ ਸਮਝਦਾ ਹੈ ਕਿ ਕਿਸਾਨਾਂ ਨੇ ਅਗਰ ਆਪਣੀ ਐਜੀਟੇਸ਼ਨ ਜਿਹੜੀ ਹੈ ਕੋਈ ਸਸਪੈਂਡ ਵੀ ਕਰਨੀ ਹੈ ਜਾਂ ਕੋਈ ਪੋਜ਼ਿਟਿਵ ਜਿਹੜਾ ਜਿਸ ਤਰ੍ਹਾਂ ਕਿ ਲੱਗ ਰਿਹਾ ਹੈ ਕਿ ਉਹ ਠੀਕ ਰਾਹ ਦੇ ਵੱਲ ਤੁਰ ਰਹੇ ਹੈ, ਤਾਂ ਉਹਨਾਂ ਨੂੰ ਬਾਕੀ ਗੱਲਾਂ ਦੇ ਨਾਲ ਜਿਹੜੇ ਕਿਸਾਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ, ਜਾਨ ਤੋਂ ਹੱਥ ਹੋਇਆ ਹੈ, ਤੇ ਪਰਿਵਾਰਾਂ ਨੂੰ ਕੋਈ ਨਾ ਕੋਈ ਕੰਪਨਸੇਸ਼ਨ ਦਿਵਾਉਣ ਦੀ ਵੀ ਗੱਲ ਕਰਨੀ ਚਾਹੀਦੀ ਹੈ, ਤਾਂ ਹੀ ਉੱਥੋਂ ਮੁੜਨਾ ਚਾਹੀਦਾ ਹੈ। ਅਦਰਵਾਈਜ਼ ਉਹਨਾਂ ਦਾ ਬਲਿਦਾਨ ਜਿਹੜਾ ਹੈ ਉਹ ਵਿਅਰਥ ਨਹੀਂ ਜਾਣਾ ਚਾਹੀਦਾ, ਉਹਨਾਂ ਦੀ ਸ਼ਹੀਦੀ ਜਿਹੜੀ ਹੈ ਉਹ ਬਿਲਕੁਲ ਖਾਲੀ ਨਹੀਂ ਜਾਣੀ ਚਾਹੀਦੀ। ਉਹਨਾਂ ਸਾਰਿਆਂ ਦੇ ਲਈ ਕੋਈ ਨਾ ਕੋਈ ਕੰਪਨਸੇਸ਼ਨ ਦੀ ਗੱਲ ਮਨਾ ਕੇ ਹੀ ਉੱਠਣ ਨੂੰ, ਕਿਉਂਕਿ ਸਰਕਾਰ ਹੁਣ ਐਨ ਗੋਡਿਆਂ ਪਾ ਥੱਲੇ ਆ ਗਈ ਹੁਣ ਤਾਂ। ਓਕੇ, ਥੈਂਕ ਯੂ ਵੈਰੀ ਮਚ। ਪ੍ਰੋਫੈਸਰ ਮਨਜੀਤ ਸਿੰਘ ਜੀ, ਤੁਸੀਂ ਕਈ ਵਾਰ ਉਸ ਅੰਦੋਲਨ ਦਿੱਲੀ ਦੇ ਬਾਰੇ ਪਾਰਟਿਸਿਪੇਟ ਕਰਕੇ ਆਉਂਦੇ ਰਹੇ। ਪ੍ਰੋਫੈਸਰ ਜੀ ਨੇ ਇੱਕ ਜਿਹੜਾ ਸਵਾਲ ਖੜਾ ਕੀਤਾ ਹੈ ਕਿ ਇਸ ਅੰਦੋਲਨ ਦੇ ਵਿੱਚ ਕਿੰਨੇ ਕਿਸਾਨਾਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ, ਪਰਿਵਾਰਾਂ 'ਚ ਸੋਗ ਹੈ। ਜਦੋਂ ਕਿਤੇ ਗੱਲਬਾਤ ਹੁੰਦੀ ਹੈ, ਘੱਟੋ ਘੱਟ ਜਿਨ੍ਹਾਂ ਲੋਕਾਂ ਨੇ ਸ਼ਹਾਦਤ ਦਿੱਤੀ ਹੈ ਉਹਨਾਂ ਦੀ ਗੱਲ ਵੀ ਇਸ ਅੰਦੋਲਨ ਦੇ ਵਿੱਚ ਹੋਣੀ ਚਾਹੀਦੀ ਹੈ, ਇੱਕ ਗੱਲ। ਦੂਜੀ ਗੱਲ, ਪ੍ਰੋਫੈਸਰ ਮਨਜੀਤ ਸਿੰਘ ਜੀ, ਇਸ ਮੁੱਦੇ ਤੇ ਮੈਂ ਵੀ ਜਵਾਬ ਲੈਣਾ ਚਾਹਾਂਗਾ ਕਿ ਜੋ ਪਰਿਸਥਿਤੀਆਂ ਬਣੀਆਂ, ਤੁਸੀਂ ਬ੍ਰੇਕ ਤੋਂ ਪਹਿਲਾਂ ਨਰਿੰਦਰ ਮੋਦੀ ਭਾਜਪਾ ਦਾ ਜ਼ਿਕਰ ਕੀਤਾ ਸੀ, ਕੀ ਲੱਗਦਾ ਨਹੀਂ ਕਿ ਦੇਸ਼ ਦੀਆਂ ਦੂਜੀਆਂ ਰਾਜਸੀ ਧਿਰਾਂ ਵੀ ਇਹਦੇ ਲਈ ਕਿਧਰੇ ਜ਼ਿੰਮੇਵਾਰ ਹੈ, ਜਿਨ੍ਹਾਂ ਨੇ ਨਹੀਂ ਖੋਲੀ ਜਦੋਂ ਸੂਬਿਆਂ ਦੇ ਅਧਿਕਾਰਾਂ ਤੇ ਕੱਟ ਲਾਏ ਜਾ ਰਹੇ ਸੀ? ਨਹੀਂ, ਬਿਲਕੁਲ ਇਹ ਆਲ ਆਫ ਏ ਸਡਨ ਤੇ ਨਹੀਂ ਹੋਇਆ। ਇਹ ਤੇ 25-30 ਸਾਲਾਂ ਤੋਂ ਹੌਲੀ ਇਹ ਸਾਰਾ ਕੁਝ ਵਰਤਾਰਾ ਹੋ ਰਿਹਾ ਸੀ। ਗਲਤੀ ਮੋਦੀ ਜੀ ਨੇ ਇਹ ਕੀਤੀ ਕਿ ਉਹਨਾਂ ਨੇ ਲੱਗਾ ਕਿ ਮੈਂ ਕਰੋਨਾ ਨਾਲ ਲੋਕਾਂ ਨੂੰ ਡਰਾ ਲਿਆ ਤੇ ਹੁਣ ਮੈਂ ਧੜੱਲੇ ਨਾਲ ਕਾਹਲੀ ਕਰ ਦਿਆਂ। ਤੁਸੀਂ ਅਜੇ ਸਾਡੇ ਸਾਰੇ ਮੀਡੀਆ ਦਾ ਇੱਕ ਬਹੁਤ ਹੀ ਹੋਰ ਅਹਿਮ ਇਹਨਾਂ ਦਾ ਕੁਕਰਮ ਉਹ ਅਜੇ ਤੁਸੀਂ ਸਾਹਮਣੇ ਉਜਾਗਰ ਨਹੀਂ ਕਰ ਰਹੇ। ਮੈਂ ਕੱਲ ਸਾਰੇ ਜਿਹੜੇ ਲੇਬਰ ਕੋਡਾਂ ਬਾਰੇ ਬਰੀਫ ਕਿਸੇ ਕੋਲੋਂ ਲਿਆ। ਤੁਹਾਡੀ ਜਿਹੜੀ ਮਿਨੀਮਮ ਵੇਜ ਪੇਮੈਂਟ ਆਫ ਵੇਜਸ ਐਕਟ ਦੇ ਵਿੱਚ ਅਗਲੇ ਮਹੀਨੇ ਦੇ 7 ਤਰੀਕ ਤੱਕ ਤੁਹਾਡੀ ਵੇਜ ਮਿਲਣੀ ਹੁੰਦੀ ਸੀ, ਉਹ ਉਡਾਤੀ। ਹੁਣ ਅੱਗੇ ਪ੍ਰਤੀ ਦਿਨ ਤੁਹਾਡੀ ਵੇਜ ਤੈਅ ਹੁੰਦੀ ਸੀ, ਪ੍ਰਤੀ ਘੰਟੇ ਕਰ ਦਿੱਤੀ ਕਿ ਹੁਣ ਪਰ ਘੰਟਾ ਜਿਹੜੀ ਤੁਹਾਡੀ ਵੇਜ ਤੈਅ ਹੋਊਗੀ। ਇਸੇ ਤਰ੍ਹਾਂ ਜਿਹੜੀ ਟ੍ਰੇਡ ਯੂਨੀਅਨ ਨੇ 51 ਪਹਿਲਾਂ 10% ਵਰਕਰ ਹੁੰਦੇ ਸੀਗੇ ਕਿ ਉਹਨਾਂ ਦੇ ਨਾਲ ਤੁਸੀਂ ਟ੍ਰੇਡ ਯੂਨੀਅਨ ਬਣਾ ਸਕਦੇ ਸੀਗੇ ਤੇ ਰਜਿਸਟਰਾਰ ਕੋ ਕਰੋ, ਹੁਣ ਉਹ 51% ਕਰ ਦਿੱਤੀ। ਹੁਣ ਉਹ ਰਜਿਸਟਰਾਰ ਕੋ ਰਜਿਸਟਰ ਨਹੀਂ ਹੋਊਗੀ, ਉਹ ਕਾਉਂਸਲ ਹੋਊਗੀ EMPLOYERS ਦੀ ਜਿਹੜੀ ਉਸ ਨੂੰ ਰੈਕੋਗਨਾਈਜ਼ ਕਰੂ। ਇੱਕ ਨਹੀਂ, ਸਾਰਾ ਕੁਝ ਤੁਹਾਡੀਆਂ ਸਾਰੀਆਂ ਗ੍ਰੈਚੁਇਟੀ ਬੋਨਸ ਖਤਮ ਕਰਤਾ। ਬਿਲਕੁਲ ਠੀਕ ਪ੍ਰੋਫੈਸਰ ਕਿ ਬਹੁਤ ਸਾਰੇ ਮਾਮਲਿਆਂ 'ਚ ਇਸ ਤਰ੍ਹਾਂ ਦੀ ਇਕਤਾਈ ਜਿਹੜੀ ਹੈਗੀ ਹੈ, ਆਖਿਰਕਾਰ ਰਾਜਸੀ ਧਿਰਾਂ ਦੀ ਜ਼ਿੰਮੇਵਾਰੀ ਕਿੱਥੇ ਹੈ? ਨਹੀਂ, ਮੈਂ ਇਹੀ ਤੇ ਗੱਲ ਕਹਿ ਰਿਹਾ ਨਾ ਕਿ ਐਡਾ ਵਡਿੰਗਾ ਦੋਨੋਂ ਪਾਸੇ ਹੋਇਆ, ਮਜ਼ਦੂਰ ਨੂੰ ਮਾਰਨ ਦਾ ਤੇ ਕਿਸਾਨ ਨੂੰ ਮਾਰਨ ਦਾ। ਬਾਕੀ ਬਚਿਆ ਕੀ ਫਿਰ? ਇਹ ਰਾਜਸੀ ਪਾਰਟੀਆਂ ਅਜੇ ਤੇ ਕਿਉਂਕਿ ਕਿਸਾਨਾਂ ਨੇ ਰੌਲਾ ਪਾ ਲਿਆ ਜ਼ਿਆਦਾ ਤੇ ਉਹਨਾਂ ਬਾਰੇ ਤਾਂ ਮਾੜੀ ਮੋਟੀ ਗੱਲ ਦੱਬੀ ਜ਼ਬਾਨ 'ਚ ਕਰਦੀਆਂ ਕਿ ਅਸੀਂ ਬੰਦੇ, ਸਾਡੇ ਬੰਦੇ, ਫਲਾਣਾ ਟਿਕਾਣਾ। ਮਜ਼ਦੂਰ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਔਰ ਦਲਿਤ ਬਾਰੇ ਕੋਈ ਨਹੀਂ ਗੱਲ ਕਰ ਰਿਹਾ। ਮੈਂ ਤੁਹਾਡੀ ਗੱਲ ਤੇ ਆਉਣਾ ਆ, ਜਿਹੜੀ ਗੱਲ ਤੁਸੀਂ ਕਹਿ ਰਹੇ ਆ ਕਿ ਬਿਲਕੁਲ ਬਣਦਾ, ਕਿਉਂ ਨਹੀਂ ਬਣਦਾ? ਜੇ ਇਹ ਵੇਲੇ ਸਿਰ ਭਾਵੇਂ ਉਹ ਲੈਫਟ ਜਾਂ ਸੈਂਟਰ ਜਾਂ ਰੀਜਨਲ ਪਾਰਟੀਆਂ ਜੋ ਵੀ ਹੈ, ਜੇ ਵੇਲੇ ਸਿਰ ਇਸ ਗੱਲ ਤੇ ਇਸ ਤਰੀਕੇ ਨਾਲ ਜਿਵੇਂ ਹੁਣ ਕਿਸਾਨਾਂ ਨੇ ਲਾਮਬੰਦੀ ਕੀਤੀ, ਸੂਬਿਆਂ ਦੇ ਵੱਧ ਅਧਿਕਾਰਾਂ ਤੇ ਕੀਤੀ ਹੁੰਦੀ
ਤੇ ਮੋਦੀ ਜੀ ਦੀ ਕਦੀ ਜ਼ਰੂਰਤ ਨਹੀਂ ਸੀ ਪੈਣੀ ਕਿ ਉਹ ਕਨਕਰੈਂਟ ਲਿਸਟ ਦੇ ਉੱਤੇ ਏਡਾ ਵੱਡਾ ਜਿਹੜੇ ਕਾਨੂੰਨ, ਜਿਹੜੇ ਕਿਸਾਨ ਮਾਰੂ ਕਾਨੂੰਨ, ਉਹ ਲੈ ਕੇ ਆਉਂਦੇ। ਅੱਜ ਵੀ ਜਿਸ ਤਰ੍ਹਾਂ ਪਹਿਲਾਂ ਪ੍ਰਾਚਰ ਜੀ ਵੀ ਕਹਿ ਰਹੇ ਸੀ, ਪੋਲੀਟੀਕਲ ਪਾਰਟੀਆਂ ਨੂੰ ਕੌਣ ਰੋਕ ਰਿਹਾ ਕਿ ਤੁਸੀਂ ਅਲੱਗ ਤੌਰ ਤੇ ਵੱਡੇ ਪੱਧਰ ਤੇ ਰੈਲੀਆਂ ਕਰਕੇ ਸਰਕਾਰ ਤੇ ਦਬਾਅ ਨਾ ਪਾਓ? ਕੋਈ ਰੋਕ ਰਿਹਾ ਉਹਨਾਂ ਨੂੰ? ਕੱਲ ਨੂੰ ਜਦੋਂ ਵੋਟਾਂ ਉਦੋਂ ਤੇ ਵੱਡੀਆਂ ਵੱਡੀਆਂ ਰੈਲੀਆਂ ਸਾਰੀਆਂ ਹੀ ਹੁੰਦੀਆਂ, ਹੁਣ ਕਿਉਂ ਨਹੀਂ ਉਹਨਾਂ ਦੀਆਂ ਇੰਡੀਪੈਂਡੈਂਟਲੀ ਰੈਲੀਆਂ ਹੁੰਦੀਆਂ? ਠੀਕ ਹੈ, ਉਹ ਆਪਣੀਆਂ ਸਟੇਜਾਂ ਤੇ ਇਹਨਾਂ ਨੂੰ ਜਾਣ ਦਿੰਦੇ, ਪਰ ਇਹਨੂੰ ਕੁਝ ਕਰਨ ਤੋਂ ਤੇ ਕੋਈ ਨਹੀਂ ਰੋਕ ਰਿਹਾ। ਪਰ ਕੁਛ ਨਹੀਂ ਕਰਦੇ ਸਿਵਾਏ ਬਿਆਨਾਂ ਤੋਂ, ਸਿਵਾਏ ਇੱਕ ਦੂਜੇ ਤੇ ਚਿੱਕੜ ਛਾਲੀ ਤੋਂ। ਕੋਈ ਹੁਣ ਮਿਊਨਿਸਪਲ ਕਾਰਪੋਰੇਸ਼ਨਾਂ ਦੀਆਂ ਚੋਣਾਂ 'ਚ ਬਿਜ਼ੀ ਹੋ ਗਿਆ, ਕੋਈ ਕੱਲ ਨੂੰ ਫਿਰ 2022 ਵਾਲੀਆਂ ਚੋਣਾਂ 'ਚ ਬਿਜ਼ੀ ਹੋ ਜਾਊਗਾ। ਬਸ ਇਹੋ ਹੀ ਆ ਕਿ ਮੈਨੂੰ ਦੇ ਦਿਓ ਸੱਤਾ। ਜਦੋਂ ਲੋਕ ਚੋਂ ਨਿਕਲ ਰਹੇ ਆ, ਉਹਦੇ ਬਾਰੇ ਕੋਈ ਉਹਨਾਂ ਦਾ ਸੰਜੀਦਾਪਣ ਨਜ਼ਰ ਨਹੀਂ ਆ ਰਿਹਾ। ਥੈਂਕ ਯੂ ਕਮਲ ਜੀ। ਕਮੈਂਟ ਮੈਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਦੇ ਜੇ ਆਪਾਂ ਆ ਜਾਈਏ ਉਹਨਾਂ ਬਾਰੇ ਤੁਹਾਡੇ ਤੋਂ ਲੈਣਾ ਚਾਹਾਂਗਾ। ਜੇ ਹੁਣ ਆਪਾਂ ਦੇਖਦੇ ਹਾਂ, ਕੈਪਟਨ ਅਮਰਿੰਦਰ ਕਿਸਾਨੀ ਦਾ ਨਾਂ ਲੈ ਕੇ ਅਕਾਲੀ ਦਲ ਤੇ ਆਪ ਨੂੰ ਦਬਾ ਕੇ ਆਲੋਚਨਾ ਕਰ ਰਿਹਾ ਹੈ। ਆਪ ਵਾਲੇ ਕੈਪਟਨ ਅਮਰਿੰਦਰ ਤੇ ਅਕਾਲੀ ਦਲ ਨੂੰ ਕਰ ਰਿਹਾ ਹੈ, ਅਕਾਲੀ ਦਲ ਬਾਕੀ ਦੋਨਾਂ ਨੂੰ ਕਰ ਰਿਹਾ। ਜਾਣੀ ਕਿ ਨਾ ਕਿਸਾਨੀ ਦਾ ਲੈ ਰਿਹਾ, ਫਿਰ ਵੀ ਕਿਤੇ ਸੱਤਾ ਹੀ ਤੇ ਉਹਨਾਂ ਦਾ ਨਿਸ਼ਾਨਾ ਹੈ ਕਿ ਤਾਂ ਕਿ ਕਮ ਸੇ ਕਮ ਠਿੱਬੀ ਲਾ ਕੇ ਕੋਈ ਸਾਡੇ ਨਾਲ ਦੂਜਾ ਆ ਕੇ ਨਾ ਨਿਕਲ ਜੇ। ਦੇਖੋ ਤੁਹਾਡੀ ਗੱਲ ਠੀਕ ਹੈਗੀ ਹੈ। ਅਸੀਂ ਵੀ ਦੇਖ ਰਹੇ ਹੋ ਮਗਰਲੇ ਕਾਫੀ ਟਾਈਮ ਤੋਂ ਕੈਪਟਨ ਅਮਰਿੰਦਰ ਦਾ ਸਾਰਾ ਅਟੈਕ ਜਿਹੜਾ ਹੈ, ਜਾਂ ਉਹ ਅਕਾਲੀ ਦਲ ਤੇ ਹੈਗਾ ਜਾਂ ਆਮ ਆਦਮੀ ਪਾਰਟੀ ਤੇ ਹੈਗਾ। ਔਰ ਕੈਪਟਨ ਅਮਰਿੰਦਰ ਸਿੰਘ ਮੋਦੀ ਦੇ ਖਿਲਾਫ ਕੋਈ ਲਫ਼ਜ਼ ਬੋਲਣ ਨੂੰ ਤਿਆਰ ਨਹੀਂ ਹੈਗਾ। ਔਰ ਤੁਸੀਂ ਦੇਖੋ ਕਿ ਸੇਮ ਅਕਾਲੀ ਦਲ ਦਾ ਵਰਤਾਰਾ ਹੈਗਾ, ਉਹ ਵੀ ਬਹੁਤਾ ਜਿਹੜਾ ਉਹਨਾਂ ਦਾ ਪ੍ਰੈਸ਼ਰ ਹੈ ਉਹ ਪੰਜਾਬ ਸਰਕਾਰ ਤੇ ਵੇ ਕਿ ਜੀ ਪੰਜਾਬ ਸਰਕਾਰ ਇਨਸ਼ੋਰ ਕਰੇ ਕਿ ਜੀ ਦੂਜੀਆਂ ਫਸਲਾਂ ਦੇ ਉੱਤੇ MSP ਮਿਲੇ, ਫਲਾਹ ਹੋਵੇ, ਇਹ ਹੋਵੇ। ਇਹੋ ਹਾਲਾਤ ਮੈਂ ਦੇਖ ਰਿਹਾ ਕਿ ਆਮ ਆਦਮੀ ਪਾਰਟੀ ਦੇ ਨੇ। ਉਹ ਵੀ ਮੋਦੀ ਸਰਕਾਰ ਦੇ ਖਿਲਾਫ ਜਾਂ ਮੋਦੀ ਦੇ ਖਿਲਾਫ ਬੋਲਣ ਦੀ ਥਾਂ ਉਹ ਕੈਪਟਨ ਅਮਰਿੰਦਰ ਜਾਂ ਬਾਕੀਆਂ ਦੇ ਉੱਤੇ ਟਾਰਗੇਟ ਕਰ ਰਹੇ ਨੇ। ਇਹਦੇ ਤੋਂ ਬੜਾ ਸਪਸ਼ਟ ਹੈਗਾ ਕਿ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਅੰਦਰ ਖਾਤੇ ਕੁਛ ਨਾ ਕੁਛ ਹੱਥ ਮਿਲਾ ਕੇ ਵੀ ਬੈਠੀਆਂ ਹੋਈਆਂ, ਮੋਦੀ ਸਰਕਾਰ ਤੋਂ ਜਾਂ ਡਰਦੀਆਂ ਜਾਂ ਉਹਦੇ ਤੋਂ ਕੋਈ ਉਹਨਾਂ ਲਈ ਲਿਹਾਜ਼ ਰੱਖਦੀਆਂ। ਅੱਗੇ ਗੱਲ ਹੋਈ ਹੈ ਕਿ ਜਿਹੜੇ ਇਹ ਕਾਨੂੰਨ ਬਣੇ ਸੀ, ਇਹ ਸਟੇਟਾਂ ਦੇ ਅਧਿਕਾਰ ਤੇ ਏਡਾ ਵੱਡਾ ਛਾਪਾ ਸੀ। ਕਿਸੇ ਸਟੇਟ ਨੇ ਉਹਦੇ ਤੇ ਕੋਈ ਵੱਡਾ ਇਤਰਾਜ਼ ਕੀਤਾ, ਉਹਦੇ ਤੇ ਕੋਈ ਅੰਦੋਲਨ ਕੀਤਾ, ਕੋਈ ਉਹਦੇ ਖਿਲਾਫ ਕੋਰਟ 'ਚ ਗਿਆ। ਉਹ ਕਹਿੰਦੇ ਸਾਡੇ 19 ਸਲਾਹਕਾਰ ਜਿਹੜੇ ਨੇ ਉਹ ਇਹ ਰਾਏ ਦੇ ਰਹੇ ਨੇ, ਜੇ ਤੁਸੀਂ ਕੋਰਟ 'ਚ ਗਏ ਤੇ ਫੈਸਲਾ ਤੁਹਾਡੇ ਉਲਟ ਹੀ ਆਉਣਾ, ਤੁਹਾਡੇ ਹੱਕ 'ਚ ਤੇ ਆਉਣਾ ਨਹੀਂ। ਜੇ ਇਹ ਹਾਲਾਤ ਨੇ ਤੇ ਫਿਰ ਇਹ ਸਾਡੀਆਂ ਸਰਕਾਰਾਂ, ਪੋਲੀਟੀਕਲ ਪਾਰਟੀਆਂ, ਕਾਂਗਰਸ ਆਪਣੇ ਆਪ ਨੂੰ ਦੇਸ਼ ਦੀ ਨੰਬਰ 2 ਪਾਰਟੀ ਕਹਿੰਦੀ ਹੈ ਕਿ ਜੀ ਅਸੀਂ ਮੇਨ ਆਪੋਜੀਸ਼ਨ ਹੈਗੇ ਆ, ਜਾਂ ਜਿਹੜੀਆਂ ਬਾਕੀ ਹੋਰ ਸਾਡੀ ਸਟੇਟ ਦੀਆਂ ਜਿਹੜੀਆਂ ਪਾਰਟੀਆਂ ਨੇ, ਇਹ ਕਿਉਂ ਵਿਰੋਧ ਨਹੀਂ ਕਰ ਰਹੀਆਂ? ਕੀ ਇਹਨਾਂ 'ਚ ਕੋਈ ਜਾਨ ਨਹੀਂ ਕਿ ਇਹ ਐਜੀਟੇਸ਼ਨ ਖੜੀ ਕਰ ਸਕਣ? ਕੀ ਇਹਨਾਂ 'ਚ ਇਹੋ ਜਿਹੀ ਕੋਈ ਸਮਰੱਥਾ ਨਹੀਂ ਕਿ ਇਹ ਦਿੱਲੀ ਜਾ ਕੇ ਰਾਸ਼ਟਰਪਤੀ ਭਵਨ ਜਾਂ ਕਿਸੇ ਹੋਰ ਥਾਂ ਤੇ ਇਸ ਗੱਲ ਦੇ ਖਿਲਾਫ ਪ੍ਰੋਟੈਸਟ ਕਰਦੇ ਵੀ ਇਹ ਸਟੇਟਾਂ ਦੇ ਅਧਿਕਾਰ ਦੇ ਉੱਤੇ ਛਾਪਾ ਮਾਰਿਆ ਗਿਆ? ਇਹਨਾਂ ਨੇ ਕਿਉਂ ਇਸ ਗੱਲ ਨੂੰ ਮੁੱਦਾ ਨਹੀਂ ਬਣਾਇਆ ਔਰ ਕਿਉਂ ਇਹਨਾਂ ਗੱਲਾਂ ਨੂੰ ਬਰਦਾਸ਼ਤ ਕਰ ਰਹੇ ਨੇ? ਇਹਦੇ ਤੋਂ ਬੜਾ ਸਪਸ਼ਟ ਹੈਗਾ ਕਿ ਜਿਹੜਾ ਸਾਡਾ ਪੋਲੀਟੀਕਲ ਢਾਂਚਾ ਹੈਗਾ, ਸਿਆਸੀ ਜਮਾਤਾਂ ਜਿੰਨੀਆਂ ਨੇ, ਇਹ ਖੋਖਲੀਆਂ ਹੋ ਚੁੱਕੀਆਂ। ਔਰ ਉਹਦਾ ਹੀ ਨਤੀਜਾ ਹੈ ਕਿ ਅੱਜ ਦੀ ਡੇਟ 'ਚ ਸਾਰਾ ਪੰਜਾਬ ਜਿਹੜਾ ਹੈ ਇਹਨਾਂ ਪੋਲੀਟੀਕਲ ਪਾਰਟੀਆਂ ਨੂੰ ਛੱਡ ਕੇ ਉਹ ਕਿਸਾਨਾਂ ਦੇ ਨਾਲ ਦਿੱਲੀ ਜਾ ਕੇ ਬੈਠ ਗਿਆ। ਇਹਦੇ ਤੋਂ ਸਪਸ਼ਟ ਹੈਗਾ ਕਿ ਪੰਜਾਬ ਦੇ ਜਿਹੜੇ ਸਾਡੇ ਰਾਜਨੀਤਿਕ ਦਲ ਨੇ, ਇਹਨਾਂ ਦੇ ਨਾਲ ਲੋਕੀ ਖੜੇ ਨਹੀਂ ਇਸ ਵੇਲੇ ਰਹਿ ਗਏ। ਲੋਕਾਂ ਨੂੰ ਇਹ ਸਮਝ ਪੈ ਗਈ ਹੈ ਵੀ ਇਹ ਸਾਰੇ ਛੋਟੀਆਂ ਹੇਰਾਫੇਰੀਆਂ 'ਚ ਲੱਗੇ ਹੋਏ ਨੇ। ਔਰ ਤੁਸੀਂ ਇਹ ਨੋਟ ਕਰੋ ਕਿ ਇਹ ਕਿੱਡਾ ਵੱਡਾ ਅੰਦੋਲਨ ਹੈਗਾ ਕਿ ਮੇਰੇ ਖਿਆਲ ਜਿੰਨੀਆਂ ਸ਼ਹੀਦੀਆਂ ਮੌਤਾਂ ਇੱਥੇ ਹੋ ਗਈਆਂ, ਇੰਨੀਆਂ ਤੇ ਸਾਡੀਆਂ ਕਾਰਗਿਲ ਵਾਰ 'ਚ ਨਹੀਂ ਸੀ ਹੋਈਆਂ। ਜਿਹੜੀ ਕੰਟਰੀ ਦੀ ਅਸੀਂ ਕਹਿੰਦੇ ਆ ਪਾਕਿਸਤਾਨ ਦੇ ਨਾਲ ਬਹੁਤ ਵੱਡੀ ਲੜਾਈ ਹੋਈ ਸੀ, ਕਾਰਗਿਲ ਵਾਰ, ਉਹਦੇ ਨਾਲ ਵੱਧ ਤੇ ਇੱਥੇ ਵਿਚਾਰੇ ਕਿਸਾਨ ਸ਼ਹੀਦ ਹੋ ਗਏ ਨੇ। ਔਰ ਜਿਹੜੀ ਗਵਰਨਮੈਂਟ ਆਫ ਇੰਡੀਆ ਹੈ ਉਹ ਬਿਲਕੁਲ ਉਹਨੂੰ ਕੋਈ ਧਿਆਨ ਦੇਣ ਨੂੰ ਤਿਆਰ ਨਹੀਂ। ਈਵਨ ਜਿਹੜੀਆਂ ਸਟੇਟ ਗਵਰਨਮੈਂਟਾਂ ਬਹੁਤੀਆਂ ਸਾਡੀਆਂ ਨੇ, ਤੁਸੀਂ ਦੇਖੋ ਉਹਨਾਂ ਦਾ ਵੀ ਕੋਈ ਬਹੁਤਾ ਲੰਬਾ ਚੌੜਾ ਕੰਸਰਨ ਨਹੀਂ ਹੈਗਾ, ਸਿਰਫ ਆਪਣੀ ਜਾਨ ਬਚਾਉਣ 'ਚ ਲੱਗੀਆਂ। ਜੀ ਥੈਂਕ ਯੂ ਵੈਰੀ ਮਚ ਹਰਕਮਲ ਜੀ। ਪ੍ਰਾਸ਼ੀ ਜੀ, ਜੋ ਹਰਕਮਲ ਜੀ ਨੇ ਸਵਾਲ ਖੜਾ ਕੀਤਾ ਬਹੁਤ ਅਹਿਮ ਮਾਮਲਾ ਹੈ ਕਿ ਜੋ परिस्थितियां इस वे बनिया
ਕੇਂਦਰ ਨੇ ਜਿਹੜੇ ਸੂਬਿਆਂ ਦੇ ਅਧਿਕਾਰਾਂ ਤੇ ਛਾਪਾਮਾਰੀ ਕੀਤੀ ਉਹ ਤਾਂ ਹਾਈ ਹੈ, ਪਰ ਸਟੇਟਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਦੀ ਭੂਮਿਕਾ ਦੀ ਜੇ ਆਪਾਂ ਗੱਲ ਕਰਦੇ ਹਾਂ, ਖਾਸ ਤੌਰ ਤੇ ਜੇ ਪੰਜਾਬ ਦੇ ਮੱਦੇਨਜ਼ਰ ਤੁਸੀਂ ਦੇਖੋ ਕਿਸਾਨੀ ਅੰਦੋਲਨ ਦੇ ਚੱਲਦਿਆਂ ਪ੍ਰੈਸ ਜੀ ਲੱਗਦਾ ਨਹੀਂ ਕਿ ਜਿਹੜੀਆਂ ਰਵਾਇਤੀ ਤਰ੍ਹਾਂ ਦੀ ਲੀਡਰਸ਼ਿਪ ਹੈ ਕਿਤੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ ਇਸ ਵੇਲੇ। ਬਿਲਕੁਲ ਜਗਤਾਰ ਜੀ, ਇਹੀ ਗੱਲ ਹੈ। ਤੁਸੀਂ ਇਹ ਦੇਖੋ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਇਸ ਮੁੱਦੇ ਨੂੰ ਲੈ ਕੇ ਕਿੰਨੀਆਂ ਸੰਜੀਦਾ ਹੋ, ਇਸੇ ਗੱਲ ਤੋਂ ਸਾਬਤ ਹੋ ਜਾਂਦਾ ਹੈ ਕਿ ਕਾਂਗਰਸ ਪਾਰਟੀ ਨੇ ਕੋਈ ਵੀ ਜਿਹੜੀ ਇੰਡੀਪੈਂਡੈਂਟ ਰੈਲੀ ਜਿਹੜੀ ਹੈ ਇਸ ਮੁੱਦੇ ਨੂੰ ਲੈ ਕੇ ਹਾਲੇ ਤੱਕ ਨਹੀਂ ਕੀਤੀ। ਦੂਜੀ ਇਹ ਹੈ ਕਿਸਾਨ ਦੇ ਪੰਜਾਬ ਦੇ 2-4 ਜਿਹੜੇ ਕਾਂਗਰਸੀ ਐਮਪੀ ਆ ਉਹ ਦਿੱਲੀ ਦੇ ਵਿੱਚੋਂ ਧਰਨਾ ਲਾ ਕੇ ਬੈਠੇ, ਤੰਬੂ ਲਾ ਕੇ। ਉਹਨਾਂ ਨੂੰ ਮਿਲਣ ਲਈ ਨਾ ਪ੍ਰਿਯੰਕਾ ਗਾਂਧੀ ਗਈ, ਨਾ ਸੋਨੀਆ ਗਈ, ਤੇ ਨਾ ਹੀ ਰਾਹੁਲ ਗਏ ਕਿ ਮੈਨੂੰ ਸਭ ਕੁਝ ਪਤਾ ਹੈ। ਉਹ ਗਏ ਤੇ ਜਾਂ ਤਾਂ ਫਿਰ ਪਹਿਲੇ ਤਾਂ ਗਏ ਨਹੀਂ, ਔਰ ਗਏ ਤੇ ਫਿਰ ਫੋਟੋ ਖਿਚਾ ਕੇ। ਰਾਹੁਲ ਗਾਂਧੀ ਤੇ ਪ੍ਰਿਯੰਕਾ ਹੁਣ ਹੋ ਕੇ ਆਏ ਨੇ। ਹਾਂਜੀ, ਉਹ ਵੀ ਤਾਂ ਗਏ ਨੇ, ਫਿਰ ਤੇ ਬਾਕੀਆਂ ਨੇ ਰੌਲਾ ਪਾਇਆ ਕਿ ਜੀ ਆਓ ਤੁਹਾਨੂੰ ਅਸੀਂ ਬੈਠੇ ਆ, ਤੁਹਾਨੂੰ ਆ ਕੇ ਮਿਲਤਾ ਜਾਓ। ਅੱਛਾ, ਦੂਜੀ ਗੱਲ ਫੋਟੋ ਸੈਸ਼ਨ ਨਹੀਂ ਹੁੰਦਾ ਹੈ ਬਿਲਕੁਲ, ਹੋਰ ਕੁਝ ਨਹੀਂ। ਦੇਖੋ ਕਿ ਹਰ ਸਾਲ ਮਾਘੀ ਮੇਲੇ ਤੇ ਸ਼੍ਰੋਮਣੀ ਅਕਾਲੀ ਦਲ ਏਡੀ ਵੱਡੀ ਰੈਲੀ ਕਰਦਾ, ਐਤਕੀ ਰੈਲੀ ਕੈਂਸਲ ਕਰ ਕੀ ਹੈ ਜੀ ਕਿ ਜੀ ਉਹ ਕੋਵਿਡ ਫੈਲਿਆ ਹੈ ਜੀ, ਦੂਜਾ ਹੈ ਜੀ ਕਿਸਾਨ ਨਾਲ ਤਣਦਾ ਸੀ ਨਾਲ ਹੀ ਨਾਲ ਹੈ, ਤੀਜਾ ਆਮ ਆਦਮੀ ਪਾਰਟੀ ਸਿਰਫ ਕਾਗਜ਼ੀ ਕਾਰਵਾਈ ਕਰਕੇ ਹਰ ਤੀਜੇ ਦਿਨ ਇੱਥੇ ਪ੍ਰੈਸ ਕਾਨਫਰੰਸ ਕਰ ਦਿੰਦੇ ਆ ਜਾਂ ਕੋਈ ਕਾਗਜ਼ੀ ਬਿਆਨ ਦੱਸ ਦਿੰਦੇ ਆ। ਉਹਨਾਂ ਨੂੰ ਇਹ ਡਰ ਹੈ ਕਿ ਜੇ ਬਹੁਤਾ ਅਸੀਂ ਰੌਲਾ ਰੱਪਾ ਪਾਇਆ ਤੇ ਕੇਂਦਰ ਦੇ ਸਾਡੀ ਦਿੱਲੀ ਸਰਕਾਰ ਹੈ ਕਿਤੇ ਮੋਦੀ ਸਾਹਿਬ ਨਾਰਾਜ਼ ਹੋ ਕੇ ਉਹਨੂੰ ਹੋਰ ਮੰਗਾ ਪਾਉਣ, ਅੱਗੇ ਕੋਈ ਪਹਿਲੇ ਚੱਲਦਾ ਰਹਿੰਦਾ ਹੈ। ਇਹ ਸਾਰੇ ਜਿਹੜੇ ਹੈ ਆਪੋ ਆਪਣੀ ਸਕਿਨ ਬਚਾਉਣ ਦੇ ਲੱਗੇ ਹੋਏ ਹੈ। ਕੈਪਟਨ ਦੀ ਸਰਕਾਰ ਚਾਹੁੰਦੀ ਹੈ ਕਿ ਕਿਤੇ ਸਾਨੂੰ ਡਿਸਮਿਸ ਨਾ ਹੋ ਜਾਈਏ, ਕੋਈ ਵੱਡਾ ਪੈਂਕਾ ਨਾ ਪਾ ਜਾਏ, ਚੁੱਪ ਕਰਕੇ ਜਿਹੜਾ ਸਾਲ ਸਵਾ ਸਾਲ ਰਹਿ ਗਿਆ ਆਪਾਂ ਉੱਥੇ ਟਪਾਈਏ ਤਾਂ ਉਸ ਤੇ ਲੜ ਕੇ ਦੇਖਾਂ ਕੀ ਬਣਦਾ। ਇਹੀ ਹਾਲ ਆਮ ਆਦਮੀ ਪਾਰਟੀ ਦਾ। ਔਰ ਸ਼੍ਰੋਮਣੀ ਅਕਾਲੀ ਦਲ ਨੂੰ ਮੈਂ ਸਮਝਦਾ ਹਾਂ ਹੱਲੇ ਵੀ ਇਹ ਉਮੀਦ ਹੈ ਕੱਲ੍ਹ ਨੂੰ ਅਗਰ ਕਿਸਾਨਾਂ ਦੀ ਗੱਲ ਦਾ ਨਿਪਟਾਰਾ ਹੋ ਜਾਏ ਤਾਂ ਹੋ ਸਕਦਾ ਆਪਾਂ ਮੁੜ ਕੇ ਜਿਹੜਾ ਜਾ ਕੇ NDA ਸਰਕਾਰ ਦੇ ਵਿੱਚ ਸ਼ਾਮਲ ਹੋ ਕੇ ਸ਼ਾਇਦ ਫਿਰ ਕੋਈ ਸਾਨੂੰ ਕੋਈ ਅਹੁਦਾ ਮਿਲ ਜਾਏ। ਇਹ ਅੰਦਰ ਖਾਤੇ ਪਤਾ ਨਹੀਂ ਘਰ ਵਾਪਸੀ ਹੈ ਕਿ ਮੈਂ ਸਮਝਦਾ ਹਾਂ ਕਿ ਸੁਰੰਗ ਉਹਨਾਂ ਨਾਲ ਰੱਖੀ ਹੋਈ ਹੈ, ਅੰਦਰ ਖਾਤੇ ਉਹਨਾਂ ਨੇ ਮਿਲੀ ਭਗਤ ਹੈਗੀ ਹੈ। ਬਾਹਰ ਕੁਝ ਬੋਲ ਦਿੰਦੇ ਆ, ਉੱਥੇ ਜਾ ਕੇ ਕੁਝ ਕਹਿ ਦਿੰਦੇ ਆ, ਔਰ ਇੱਧਰ ਵੀ ਖੁਸ਼ ਰੱਖ ਕੋਸ਼ਿਸ਼ ਕਰਦੇ ਆ, ਉਧਰ ਵੀ ਐਸੀ ਕਰਕੇ ਕਿਉਂਕਿ 2 ਕਿਸ਼ਤੀਆਂ ਦੇ ਸਵਾਰ ਹੁੰਦੇ ਆ, ਐਸੀ ਕਰਕੇ ਮੂੰਹ ਦੇ ਭਾਰ ਇਹਨਾਂ ਨੂੰ ਖਾਣੀ ਪਈ। ਅਸਤੀਫਾ ਵੀ ਦੇਣਾ ਪਿਆ, ਲੋਕਾਂ ਕੋਲੋਂ ਜਿਹੜੀ ਹੈ ਕ੍ਰਿਟਿਸਿਜ਼ਮ ਵੀ ਫੇਸ ਕਰਨਾ ਪਿਆ, ਔਰ ਪੰਜਾਬ ਦੇ ਵਿੱਚ ਇਹਨਾਂ ਜਿਹੜਾ ਬੇਸ ਹੈ ਉਹ ਵੀ ਰੋਡ ਹੋਇਆ ਪਿਆ। ਓਕੇ, ਥੈਂਕ ਯੂ ਸਰ। ਪ੍ਰੋਫੈਸਰ ਮਨਜੀਤ ਸਿੰਘ ਜੀ, ਲਾਸਟ ਕਮੈਂਟ ਇਸ ਮੁੱਦੇ ਤੇ ਪੋਲੀਟੀਕਲ ਪਾਰਟੀਆਂ ਦੀ ਜੋ ਸਥਿਤੀ ਬਣੀ ਹੋਈ ਹੈ, ਕਿਸਾਨੀ ਅੰਦੋਲਨ ਕੱਲ ਨੂੰ ਜਦੋਂ ਕਿਸਾਨ ਵਾਪਸ ਆਉਣਗੇ, ਕਾਨੂੰਨ ਰੱਦ ਹੁੰਦੇ ਨਹੀਂ ਰੱਦ ਹੁੰਦੇ ਇੱਕ ਵੱਖਰਾ ਮਾਮਲਾ ਹੈ, ਪਰ ਜੋ ਮਾਹੌਲ ਸਿਰਜਿਆ ਗਿਆ ਕੀ ਲੱਗਦਾ ਕਿ ਜਿਹੜੀਆਂ ਰਵਾਇਤੀ ਧਿਰਾਂ ਉਹ ਪਹਿਲਾਂ ਵਾਲੀ ਪੋਜੀਸ਼ਨ ਤੇ ਆਪਣੇ ਆਪ ਨੂੰ ਰੱਖ ਸਕਣਗੀਆਂ? ਦੇਖੋ, ਇਹ ਤਾਂ ਬਹੁਤ ਲੋਕੀ ਇਸ ਗੱਲ ਦੀ ਚੇਸ਼ਟਾ ਕਰਦੇ ਆ, ਉਮੀਦ ਕਰਦੇ ਆ ਕਿ ਕੁਛ ਨਵਾਂ ਇੱਥੇ ਹੋਏ। ਉਹ ਬੜੀ ਦੇਰ ਦਾ ਕਰ ਰਹੇ, ਪਿਛਲੇ 10 ਸਾਲਾਂ ਤੋਂ ਤੇ ਬੜੇ ਤਿੱਖੇ ਤੌਰ ਤੇ ਪੰਜਾਬੀ ਇਹ ਕਰਦੇ ਆ, ਪਰ ਉਹ ਕਿਵੇਂ ਹੋਵੇ ਕਿੱਦਾਂ ਹੋਵੇ ਉਹ ਤੇ ਅਜੇ ਭਵਿੱਖ ਦੀ ਕੋਖ ਵਿੱਚ ਹੀ ਹੈਗਾ। ਉਹ ਅਜੇ ਆਪਾਂ ਕੁਛ ਕਹਿ ਨਹੀਂ ਸਕਦੇ ਕਿਉਂਕਿ ਅਜੇ ਕੋਈ ਇਹੋ ਜਿਹੀ ਗੱਲ ਕਰਨੀ ਸੋਚਣੀ ਜਿਹੜੀ ਆ ਉਹ ਇੰਝ ਲੱਗਦਾ ਆ ਕਿ ਜਿਵੇਂ ਅਸੀਂ ਇਹ ਸਾਰਾ ਕੁਝ ਕਿਸੇ ਰਾਜਨੀਤਿਕ ਲਾਹਾ ਲਈ ਕਰ ਰਹੇ ਹੋਈਏ। ਪਰ ਇੱਕ ਗੱਲ ਜ਼ਰੂਰ ਹੈ ਕਿ ਜੋ ਪੋਲੀਟੀਕਲ ਵਾਈਡ ਬਣਿਆ, ਜਿਸ ਕਿਸਮ ਦਾ ਪੋਲੀਟੀਕਲ ਖਲਾ ਪੰਜਾਬ ਦੇ ਅੰਦਰ ਇਸ ਵੇਲੇ ਹੈ, ਜਿਸ ਤਰ੍ਹਾਂ ਲੋਕ ਇਹਨਾਂ ਪਾਰਟੀਆਂ ਤੋਂ ਪਰਾਂ ਹੋਏ ਆ, ਲੋਕ ਚਾਹੁੰਦੇ ਜ਼ਰੂਰ ਹੈ ਕਿ ਕੁਛ ਨਵਾਂ ਹੋਏ। ਉਹ ਕਿਹੋ ਜਿਹਾ ਹੋਊਗਾ ਬਿਲਕੁਲ ਪ੍ਰੈਸਰ ਜਿਹੜਾ ਹੈਗਾ ਬਿਲਕੁਲ ਛੋਟਾ ਜਿਹਾ ਕਮੈਂਟ, ਕਿਉਂਕਿ ਜਿਹੜੀ ਹੁਣ ਤੱਕ ਪੋਲਿਟਿਕਸ ਚੱਲਦੀ ਰਹੀ ਹੈ ਕਿ ਇਲੈਕਸ਼ਨਾਂ ਵੇਲੇ ਕਰਪਸ਼ਨ, ਦਾਰੂ, ਦੂਜੇ ਜਿਹੜੇ ਨਸ਼ੇ, ਰੇਤਾ ਬਜਰੀ ਦੇ ਮਾਮਲੇ, ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹਦੇ ਤੋਂ ਬਦਲਵਾਂ ਮਾਹੌਲ ਜਿਹੜਾ ਹੈਗਾ ਸ਼ਾਇਦ ਕਿਤੇ ਸਿਰਜਿਆ ਜਾ ਸਕਦਾ। ਲੋਕ ਜਵਾਬਦੇਹ ਹੋਣਗੇ। ਨਹੀਂ, ਬਿਲਕੁਲ ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਹੈ। ਉਹਦੀਆਂ ਕੋਸ਼ਿਸ਼ਾਂ ਵੀ ਹੋਣਗੀਆਂ। ਹੋ ਸਕਦਾ ਕੋਈ ਕਿਸਾਨਾਂ ਦੀ ਆਪਣੀ ਪਾਰਟੀ ਕੋਈ ਬਣਾ ਕੇ ਆ ਜਾਣ ਜਾਂ ਕੋਈ ਕਿਸਾਨ ਮਜ਼ਦੂਰ ਪਾਰਟੀ ਬਣਾ ਕੇ ਆ ਜਾਣ। ਜੇ ਕੋਈ ਇਹੋ ਜਿਹੀ
ਆਉਣ ਵਾਲੇ ਸਮੇਂ 'ਚ ਕੋਈ ਇਹੋ ਜਿਹਾ ਐਫਰਟ ਹੁੰਦਾ ਆ, ਕਿਉਂਕਿ ਮਜ਼ਦੂਰਾਂ ਤੇ ਵੀ ਬਹੁਤ ਧੱਕਾ ਆ, ਤੇ ਮਜ਼ਦੂਰ ਪਿੰਡੂ ਵੀ ਹੈਗੇ, ਸ਼ਹਿਰੀ ਵੀ ਹੈਗੇ, ਸਾਰਿਆਂ ਤੇ ਬਹੁਤ ਜ਼ਿਆਦਾ ਅਜੇ ਉਹ ਸਾਹਮਣੇ ਨਹੀਂ ਆ ਰਿਹਾ। ਜਿੱਦਣ ਉਹ ਸਾਹਮਣੇ ਉਕੜ ਕੇ ਆ ਗਿਆ, ਤੁਹਾਨੂੰ ਦੇਖਿਓ ਕਿ ਉਹ ਕਾਪਾਨ ਇਹਦਾ ਮੇਕਿੰਗ ਆ। ਤੁਸੀਂ ਦੇਖਿਓ, ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਵੀ ਜਿਹੜਾ ਇਨਸਾਫ ਹੋਵੇ। ਤੇ ਇਸ ਲਈ ਜੇ ਇਸ ਤਰ੍ਹਾਂ ਦਾ ਕੋਈ ਆ ਕੇ ਰਾਜਨੀਤਿਕ ਛੁਣਛਣਾ ਵੱਜਦਾ ਆ, ਤੇ ਮੈਨੂੰ ਲੱਗਦਾ ਕਿ ਲੋਕ ਆਪ ਮਹਾਰੇ, ਜਿਵੇਂ ਕਿਤੇ ਲੰਮੀਆਂ ਲਾਈਨਾਂ ਲਾ ਕੇ ਕਿਸੇ ਵੇਲੇ ਆਮ ਆਦਮੀ ਪਾਰਟੀ ਦੀਆਂ ਮੈਂਬਰਸ਼ਿਪ ਕਰਾਉਣ ਲਈ ਲੱਗੇ ਰਹਿੰਦੇ ਸੀ, ਜਿਵੇਂ ਮਿੱਟੀ ਦੇ ਤੇਲ ਲਈ ਲੋਕ ਆਉਂਦੇ ਹੁੰਦੇ ਸੀ ਕੋਟਾ ਲੈਣ ਪਹਿਲਾਂ, ਇਹ ਲੰਮੀਆਂ ਲਾਈਨਾਂ ਵਿੱਚ ਵੜਨ ਲਈ ਹੁੰਦੀਆਂ ਸੀ। ਇਹ ਹੋ ਸਕਦਾ ਥੈਂਕ ਯੂ ਵੈਰੀ ਮਚ ਪ੍ਰੈਸ ਸਾਹਿਬ, ਦੁਬਾਰਾ ਚੱਲ ਪਏ। ਹਾਂਜੀ ਥੈਂਕ ਯੂ ਪ੍ਰੈਸ ਸਾਹਿਬ। ਮੈਂ ਥੋੜਾ ਜਿਹਾ ਇੱਕ ਲਫ਼ਜ਼ ਦੀ ਸੋਧ ਕਰਕੇ ਇਜਾਜ਼ਤ ਲਵਾਂਗਾ। ਸੁਣਸਣਾ ਨਹੀਂ ਪ੍ਰੈਸ ਸਾਹਿਬ, ਬਿਗਲ ਵੱਜੇਗਾ ਜੇ ਵੱਜਿਆ ਤਾਂ। ਇਹਨਾਂ ਮੁੱਦਿਆਂ ਤੇ ਆਉਣ ਦੇ ਲਈ ਮੈਂ ਪ੍ਰੋਫੈਸਰ ਮਨਜੀਤ ਸਿੰਘ, ਰਾਸ਼ਟਰ ਜੀ, ਹਿਰਕਮਲ ਜੀ, ਤਿੰਨਾਂ ਦਾ ਹੀ ਧੰਨਵਾਦੀ ਹੈ। ਜਿੱਦਾਂ ਮੈਂ ਹਮੇਸ਼ਾ ਹੀ, ਜਿਸ ਦਿਨ ਜਰਨਲਿਸਟ ਔਰ ਬੁੱਧੀਜੀਵੀ ਸਾਡੇ ਨਾਲ ਪੈਨਲ ਤੇ ਜੁੜੇ ਹੁੰਦੇ ਆ, ਮੈਂ ਕਹਿਣਾ ਨਾ ਕਿ ਬਗੈਰ ਕਿਸੇ ਰਾਜਸੀ ਲੱਗ ਲਵੇਟ ਦੇ ਪੰਜਾਬ ਤੇ ਦੇਸ਼ ਨਾਲ ਜੁੜੇ ਮੁੱਦਿਆਂ ਤੇ ਸੱਚ ਦੀ ਪੇਸ਼ਕਾਰੀ ਉਮੀਦ ਹੈ ਦਰਸ਼ਕਾਂ ਨੂੰ ਵੀ ਪਸੰਦ ਆਏਗੀ, ਔਰ ਤੁਸੀਂ ਆਪਣੇ ਜਿਹੜੇ ਕਮਿਊਨੀਕੇਸ਼ਨ ਸੋਰਸ ਜਾਂ ਉਹਨਾਂ ਤੇ ਸ਼ੇਅਰ ਵੀ ਕਰੋਗੇ। ਤੁਹਾਡੇ ਸਾਰਿਆਂ ਵੱਲੋਂ ਮੈਂ ਤਿੰਨਾਂ ਹੀ ਮਹਿਮਾਨਾਂ ਦਾ, ਜਰਨਲਿਸਟਾਂ ਦਾ ਔਰ ਬੁੱਧੀਜੀਵੀ ਦੋਸਤਾਂ ਦਾ ਧੰਨਵਾਦੀ ਹਾਂ। ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।